मैं भैड़ा है, मैं माड़ा है, मैं कुछ है, मैं तौलिया चोर है, मैं जुत्ती चोर है, मैं रेपिस्ट है, फॉरगेट इट। माड़ा है मैं। बैंस साहब ਤੁਹਾਡੇ ਤੇ ਜਿਹੜੀ ਕੰਪਲੇਂਟ ਹੈ ਉਹਦਾ ਜਵਾਬ ਤੁਸੀਂ ਦੇਣਾ ਹੈ, ਉਹ ਇਹਦੇ ਨਾਲ ਟਕਿਆ ਨਹੀਂ ਜਾਣਾ। ਤੁਸੀਂ ਕੀ ਸੋਚਦੇ ਇੱਕ ਔਰਤ ਲਈ ਐਵੇਂ ਬੈਠਣਾ, ਇਹੋ ਜਿਹੇ ਬੰਦਿਆਂ ਦੀਆਂ ਇਸ ਕਿਸਮ ਦੀਆਂ ਧਮਕੀਆਂ ਸੁਣਨਾ ਸਹਿਣਾ ਸੌਖਾ ਹੈ? ਇਹ ਸ਼ਕਤੀ ਉਹਦੇ 'ਚ ਆਈ ਹੈ ਕਿਉਂਕਿ ਮੇਰੇ ਵਰਗਾ ਉਹਦੇ ਨਾਲ ਖੜਾ ਹੈ, ਮੈਨੂੰ ਖੁਸ਼ੀ ਹੈ। ਗੁਰੂ ਗੋਬਿੰਦ ਸਿੰਘ ਦਾ ਸਬਕ ਹੈ ਕਿ ਮਜਲੂਮ ਦੇ ਨਾਲ ਖੜੋ। ਮੈਂ ਉਹਦੀ ਪਾਲਣਾ ਕਰਨਾ, ਮੈਂ ਗੁੜਗੁੜਾਉਂਦਾ ਨਹੀਂ, ਮੈਂ ਦਿਲੋਂ ਬਾਬਾ ਨਾਨਕ ਦੇ ਇੱਕ ਇੱਕ ਕਈ ਸ਼ਬਦ ਦੀ ਰਾਖੀ ਕਰਨ ਦੀ ਕੋਸ਼ਿਸ਼ ਕਰਦਾ। 100% ਨਹੀਂ ਕਰ ਸਕਦਾ, ਮੈਂ ਐਡਾ ਦੇਵਤਾ ਨਹੀਂ ਹੈ। ਇਹ ਜਿਹੜਾ ਸੰਦੀਪ ਗੋਇਲ ਹੈ SSP ਬਰਨਾਲਾ, ਸੰਦੀਪ ਗੋਇਲ ਤੇ ਭਾਰਤ ਭੂਸ਼ਣ ਆਸ਼ੂ ਪੂਰਾ ਲੁਧਿਆਣਾ ਜਾਣਦਾ ਹੈ। ਇਹਨਾਂ ਦੀਆਂ ਬਹੁਤ ਸਾਂਝਾਂ, ਇਹ ਫੈਮਲੀਆਂ 'ਚ ਇਹਨਾਂ ਦਾ ਵਿਚਰਨਾ। ਤੇ ਜਦ ਆਸ਼ੂ ਕਾਉਂਸਲਰ ਹੁੰਦਾ ਸੀ, ਇਹ DSP ਹੁੰਦਾ ਸੀ, ਤੇ ਆਸ਼ੂ ਦੀ ਡੈਰੀ ਦੇ ਬਾਹਰ ਬੈਠ ਕੇ ਤਾਸ਼ ਖੇਡਿਆ ਕਰਦੇ ਸੀ। ਮੇਰੀ ਇੱਕ ਪਰਿਵਾਰਿਕ ਬਿਜ਼ਨਸ ਹੈ ਸਵਿਫਟ ਟਰਾਂਸਪੋਰਟ ਦੇ ਨਾਮ ਤੇ, ਕਈ ਹੋਰ ਵੀ ਹੈ। ਇੱਕ ਬਿਜ਼ਨਸ ਇਹ ਹੈ ਜਿਹਦੇ 'ਚ ਅਸੀਂ ਟਰਾਂਸਪੋਰਟ ਸਰਵਿਸ ਵੱਡੇ ਟਰਾਲਿਆਂ ਦੀ ਪ੍ਰੋਵਾਈਡ ਕਰਦੇ ਹਾਂ, ਕੰਟੇਨਰ ਦੀ ਟਰਾਂਸਪੋਰਟੇਸ਼ਨ ਦੀ, ਜਿਹਦੇ 'ਚ 5 ਪਾਰਟਨਰ ਹੈ। ਮੈਂ ਹਾਂ, ਮੇਰਾ ਭਰਾ ਹੈ, 3 ਹੋਰ ਹੈ ਸਾਡੇ ਨੌਨ ਫੈਮਿਲੀ ਮੈਂਬਰਸ। अर्ली मॉर्निंग 8 ਵਜੇ ਉੱਥੇ 3 ਬੰਦੇ ਆ ਗਏ ਜਿਨ੍ਹਾਂ ਨੇ ਉਹ ਮਾਲ ਚੋਰੀ ਦਾ ਖਰੀਦਿਆ ਸੀ। ਉਹ ਪੁਲਿਸ ਨੇ ਉੱਥੇ ਮੌਕੇ ਤੇ ਪਹੁੰਚ ਕੇ ਤਿੰਨੇ ਉਹ ਫੜ ਲਏ। ਸਾਰੇ ਦਾ ਸਾਰਾ ਮਾਲ, ਇਹ ਤਕਰੀਬਨ 20,90,000 ਦਾ ਹੈ, ਜਿਸ 'ਚੋਂ 20 ਲੱਖ ਦਾ ਮਾਲ ਰਿਕਵਰ ਹੋ ਗਿਆ। ਸਿਰਫ 90,000 ਦਾ ਮਾਲ ਹੈ ਜਿਹੜਾ ਨਹੀਂ ਰਿਕਵਰ ਹੋਇਆ। 5 ਤਰੀਕ ਨੂੰ ਮੈਂ ਖੁਦ ਟੈਲੀਫੋਨ ਕਰਕੇ ਰਜਿੰਦਰ ਗੁਪਤੇ ਨਾਲ ਗੱਲ ਕੀਤੀ ਕਿ ਤੇਰੇ ਮੁਲਾਜ਼ਮ ਮਦਦ ਨਹੀਂ ਕਰ ਰਹੇ, ਮਾਲ ਉੱਥੇ ਪਿਆ, ਉਹਦੀ ਐਪਲੀਕੇਸ਼ਨ ਦਈਏ, ਸਪੁਰਦਾਰੀ ਲਈਏ। ਇਹ ਮੈਨੂੰ ਕਹਿੰਦਾ ਜੀ ਮੈਨੂੰ ਤੁਸੀਂ ਜਿਹੜੀ ਮੇਲ ਮੈਨੂੰ ਕੀਤੀ ਉਹਦੀ ਕਾਪੀ ਭੇਜ ਦਿਓ। ਮੈਨੂੰ ਕਾਪੀ ਭੇਜਤੀ। ਫਿਰ ਮੈਨੂੰ ਕਹਿੰਦਾ FIR ਦੀ ਕਾਪੀ ਭੇਜ ਦਿਓ, ਟਰਾਂਸਲੇਸ਼ਨ ਇੰਗਲਿਸ਼ ਦੀ। ਮੈਂ ਉਹ ਭੇਜਤੀ। 2 ਵਜੇ ਭੇਜੀ ਹੈ। 4:15 ਵਜੇ ਦਾ ਮੈਨੂੰ ਫੋਨ ਆਇਆ, ਮੇਰਾ ਲੀਗਲ ਟੀਮ ਕਹਿੰਦੀ ਹੈ ਜੀ ਅਸੀਂ ਸਪੁਰਦਾਰੀ ਨਹੀਂ ਲੈਣੀ, ਤੁਸੀਂ ਲਓ, ਜਦ ਕਿ ਮਾਲ ਇਹਨਾਂ ਦਾ। ਮੈਂ ਕਿਹਾ ਮੈਂ ਵਕੀਲ ਹਾਂ, ਸਾਨੂੰ ਸਪੁਰਦਾਰੀ ਮਿਲਣੀ ਨਹੀਂ, ਮਾਲਕ ਤੁਸੀਂ ਹੋ। ਹੁਣ ਇਹ ਦੇਖੋ, ਸਾਨੂੰ ਕੋਈ ਚੀਜ਼ ਦੀ ਜਾਣਕਾਰੀ ਨਹੀਂ, ਮਾਲ ਰਿਕਵਰ ਹੋ ਗਿਆ। ਇਹ ਭਾਰਤ ਭੂਸ਼ਣ ਆਸ਼ੂ ਤੇ ਬੈਂਸ, ਇਹਨਾਂ ਨੇ ਸੋਚਿਆ ਢਾਂਡੇ ਨੂੰ ਫਸਾਉਣ ਦਾ ਮੌਕਾ ਲੱਭ ਗਿਆ। ਉਹਨਾਂ ਨੇ 35 ਲੱਖ ਮੰਗਿਆ। ਅਸੀਂ ਕਿਹਾ 35 ਲੱਖ ਕਾਹਦਾ ਦਈਏ, ਸਾਡਾ ਕਸੂਰ ਕੀ ਹੈ, ਮਾਲ ਤਾਂ ਰਿਕਵਰ ਹੋ ਗਿਆ। ਜੇ ਹਾਈਵੇ ਤੇ ਚੋਰੀ ਹੁੰਦੀ ਹੈ, ਲੁੱਟਿਆ ਜਾਂਦਾ ਹੈ, ਤਾਂ ਟਰਾਂਸਪੋਰਟਰ ਜ਼ਿੰਮੇਵਾਰ ਨਹੀਂ ਹੈ। ਜੇ ਟਰਾਂਸਪੋਰਟਰ ਖੁਰਦ-ਪੁਰਦ ਕਰੇ ਤਾਂ ਟਰਾਂਸਪੋਰਟਰ ਜ਼ਿੰਮੇਦਾਰ ਹੈ। ਮੈਨੂੰ 7 ਨੂੰ ਪਤਾ ਲੱਗ ਗਿਆ ਸੀ। ਮੈਂ FIR ਦੀ ਕਾਪੀ ਕਢਵਾ ਲਈ, ਕਢਵਾ ਕੇ ਮੈਂ ਰਜਿੰਦਰ ਗੁਪਤੇ ਨੂੰ ਭੇਜੀ। ਮੈਂ ਕਿਹਾ ਧੰਨਵਾਦ ਤੂੰ ਜਿਹੜਾ ਮੈਨੂੰ ਤੋਹਫਾ ਦਿੱਤਾ। ਫਿਰ ਇਹਨੇ ਮਾਫੀਆਂ ਮੰਗੀਆਂ ਟੈਲੀਫੋਨ 'ਤੇ। ਮੈਂ ਕਿਹਾ ਮਾਫੀਆਂ ਕਾਹਦੀਆਂ? ਕਹਿੰਦਾ ਜੀ ਇਹ ਤਾਂ ਲੀਗਲ ਪ੍ਰੋਸੈਸ ਹੈ। ਮੈਂ ਲੀਗਲ ਪ੍ਰੋਸੈਸ ਇਹ ਹੁੰਦਾ ਕਿ ਜਿਸ ਦਾ ਮਾਲ ਖੋਲ੍ਹਿਆ ਜਾਵੇ ਤੂੰ ਉਹ ਮਾਲਕਾਂ 'ਤੇ FIR ਕਰਾ ਦੇਵੇਂ। ਸਰਬਜੀਤ ਮੰਡੇਰ ਦੇ ਨਾਲ ਗਿਆ ਸੀ, ਮੈਂ ਵੀ ਬਿਆਨ ਦੇ ਕੇ ਆਇਆ। ਇਹ ਦੇਖੋ ਲੁਕਮਾ ਮੰਤਵ ਹੈ ਮੈਨੂੰ ਬਦਨਾਮ ਕਰਨ ਦਾ। ਇਹ ਪਹਿਲਾਂ ਇਹ ਬੋਲਿਆ ਸੀ ਸਣੀ ਕੈਂਥ, ਉਹਦੇ 'ਤੇ ਮੈਂ ਡਿਫੇਮੇਸ਼ਨ ਕਰਤੀ ਹੈ। ਅਤੇ ਕੱਲ੍ਹ ਕਚਹਿਰੀ ਨੇ ਕੱਲ੍ਹ ਦਿਨ ਲੰਘਿਆ, ਇਹਨੂੰ ਸਮਨ ਕਰ ਲਿਆ, ਤਲਬ ਕਰ ਲਿਆ, ਇਹਨੂੰ ਵੀ, ਇਹਦੇ ਜ਼ਿਲ੍ਹੇ ਪ੍ਰਧਾਨ ਨੂੰ ਵੀ। ਬੈਂਸ ਸਾਹਿਬ ਨੂੰ ਨਹੀਂ ਕੀਤਾ ਕਿ ਉਹ ਮੀਟਿੰਗ ਦੇ ਵਿੱਚ ਨਹੀਂ ਬੈਠੇ ਸੀ। ਉਹ ਮੇਰੀ ਪ੍ਰੇਅਰ ਹੈ ਰੱਦ ਕਰਤੀ। ਰਜਿੰਦਰ ਗੁਪਤਾ SSP ਬਰਨਾਲਾ, ਭਾਰਤ ਭੂਸ਼ਣ ਆਸ਼ੂ, ਸਿਮਰਜੀਤ ਸਿੰਘ ਬੈਂਸ ਤੇ ਜਿਹੜੇ ਇਹਦੇ ਇਹ ਮੂਹਰੇ ਕਰਕੇ ਮੈਨੂੰ ਬਦਨਾਮ ਕਰਨ ਲਈ ਤੌਲੀਆ ਚੋਰ ਢਾਂਡਾ ਕੀ ਮਜ਼ਾਕੀਆ ਅੰਦਾਜ਼ ਦੇ ਨਾਲ ਬੋਲਦੇ ਆ, ਇਹ ਸਮਝਦੇ ਆ ਬਹੁਤ ਵੱਡੀ ਇਹਨਾਂ ਦੀ ਸ਼ੋਭਾ ਹੋ ਜਾਊਗੀ। ਸਿਮਰਜੀਤ ਸਿੰਘ ਬੈਂਸ ਜੀ ਜੇ ਬਹੁਤ ਵੱਡੇ ਲੀਡਰ ਹੈ, ਉਹ ਆਪਣਾ ਕੱਦ ਲੋਕਾਂ ਨੂੰ ਦਿਖਾਉਣ। ਉਹ ਮੇਰਾ ਕੱਦ ਨੀਵਾਂ ਕਰਕੇ ਆਪਣਾ ਕੱਦ ਉੱਚਾ ਨਹੀਂ ਕਰ ਸਕਦੇ। ਇਸ ਕਿਸਮ ਦੀ ਕੁਝ ਇਲਜ਼ਾਮਾਂ ਨਾਲ ਮੈਂ ਨਾ ਡਰਦਾ, ਨਾ ਮੇਰੀ ਛਵੀ 'ਤੇ ਕੋਈ ਅਸਰ ਪੈਂਦਾ। ਅਤੇ ਸਿਮਰਜੀਤ ਸਿੰਘ ਬੈਂਸ ਦਾ ਪਿੱਛਾ ਮੈਂ ਨਹੀਂ ਛੱਡਣਾ। ਮੈਂ ਉਸ ਪੀੜਿਤ ਔਰਤ ਨੂੰ ਇਨਸਾਫ ਦਿਵਾਉਣ ਲਈ ਢਿੱਲ ਤੱਕ ਜ਼ੋਰ ਲਾਊਂਗਾ। ਕੈਪਟਨ ਅਮਰਿੰਦਰ ਸਿੰਘ ਵਿਚਾਰੇ ਇਹਨਾਂ ਨੂੰ ਆਪਣੀ ਸੋੜੀ ਸਿਆਸਤ 'ਚ ਚੱਲਦੇ, ਇਹ ਨਹੀਂ ਸਮਝਦੇ ਕਿ ਉਹਨਾਂ ਦੀ ਜਿਹੜੀ ਗੱਦੀ ਦੀ ਜ਼ਿੰਮੇਵਾਰੀ ਆ ਬਹੁਤ ਬੜੀ ਜ਼ਿੰਮੇਵਾਰੀ ਹੈ। ਭਾਰਤ ਭੂਸ਼ਣ ਆਸ਼ੂ ਇਹ ਅਹਿਸਾਸ ਨਹੀਂ ਕਰਦਾ ਕਿ ਤੂੰ ਹੁਣ ਉਹ ਭਾਰਤ ਭੂਸ਼ਣ ਆਸ਼ੂ ਨਹੀਂ ਜਿਹੜਾ ਗੁੱਡ ਮੰਡੀ 'ਚ ਬੰਬ ਬਲਾਸਟ ਕਰਦਾ ਸੀ। ਤੂੰ ਉਹ ਭਾਰਤ ਭੂਸ਼ਣ ਆਸ਼ੂ ਹੈ, ਤੇਰੇ ਹੱਥ 'ਚ ਪੰਜਾਬ ਦੀ ਲਗਾਮ ਹੈ, ਤੂੰ ਮੰਤਰੀ ਹੈ। ਜਿਹਦੇ 'ਚ ਆਸ਼ੂ ਜੀ ਵੀ ਇਨਵੋਲਡ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਜੀ ਵੀ ਇਨਵੋਲਡ ਹੈ। ਐਂਡ ਇਹ ਮੇਰੇ 'ਤੇ FIR ਕਰਕੇ
ਕਿ ਇਹ ਕੀ ਸੋਚਦੇ ਆ ਕਿ ਇਹਦੇ ਨਾਲ ਇਹਨਾਂ ਦਾ ਜਿਹੜਾ ਐਲੀਗੇਸ਼ਨ ਖਤਮ ਹੋ ਜੂ। ਇਹ ਸੋਚਦੇ ਮੈਂ ਜਾਣਾ ਬੰਦ ਕਰਦਾ, ਮੈਂ ਉਹਦੀ ਮਦਦ ਕਰਨੀ ਬੰਦ। ਮੈਂ ਉਹਦੀ ਮਦਦ ਕਰਦਾ, ਠੋਕ ਕੇ ਕਰਦਾ, ਉਹਦੀ ਅਦਾਲਤ 'ਚ ਵੀ ਕਰਦਾ। ਜੇ ਉਹਨੂੰ ਕਿਤੇ ਪਰੇਸ਼ਾਨੀ ਵੀ ਹੋਈ ਉਹਦੀ ਆਰਥਿਕ ਵੀ ਮਦਦ ਕਰੂੰਗਾ, ਕਿਉਂ ਨਹੀਂ ਕਰੂੰਗਾ ਮੈਂ। ਦੇਸ਼ ਵਿਦੇਸ਼ ਟਾਈਮ ਦੇਖ ਰਹੇ ਹੋ ਤੁਸੀਂ, ਮੈਂ ਹਾਂ ਵਿਸ਼ਾਲ ਸ਼ਰਦਾ। ਜਿਵੇਂ ਕਿ ਸਾਰਿਆਂ ਨੂੰ ਪਤਾ ਕਿ ਪਿਛਲੇ ਦਿਨੀ ਸਨੀ ਕੈਂਥ ਹੋਰਾਂ ਨੇ, ਸਨੀ ਕੈਂਥ ਲੋਕ ਇਨਸਾਫ ਪਾਰਟੀ ਯੂਥ ਵਿੰਗ ਦੇ ਪ੍ਰਧਾਨ ਨੇ ਪੰਜਾਬ ਦੇ, ਉਹਨਾਂ ਨੇ ਇੱਕ ਪ੍ਰੈਸ ਵਾਰਤਾ ਕੀਤੀ। ਪ੍ਰੈਸ ਵਾਰਤਾ ਦੌਰਾਨ ਉਹਨਾਂ ਨੇ ਲੁਧਿਆਣੇ ਤੋਂ ਸੀਨੀਅਰ ਵਕੀਲ ਹਰੀਸ਼ ਰਾਏ ਟਾਂਡਾ ਜੀ ਦੇ ਉੱਤੇ ਇਲਜ਼ਾਮ ਲਗਾਏ ਤੋਲੀਆ ਚੋਰੀ ਦਾ, ਔਰ ਮਜ਼ਾਕੀਆ ਤੌਰ ਤੇ ਗੱਲ ਕਰਦੇ ਨਜ਼ਰ ਆਏ ਕਿ ਹਰੀਸ਼ ਰਾਏ ਟਾਂਡਾ ਹੋਰਾਂ ਨੇ ਤੋਲੀਏ ਜਿਹੜੇ ਚੋਰੀ ਕੀਤੇ। ਉਹ ਸਾਰਾ ਮਾਮਲਾ ਜਿਹੜਾ ਉਹਨਾਂ ਨੇ ਬਿਆਨ ਕੀਤਾ ਸਾਰੇ ਪ੍ਰੈਸ ਮੀਡੀਆ ਨੂੰ ਬੁਲਾ ਕੇ ਕਿ ਕਿਸ ਤਰ੍ਹਾਂ ਟਰਾਈਡੈਂਟ ਕੰਪਨੀ ਨੇ ਤੋਲੀਏ ਦਾ ਆਰਡਰ ਆ ਜਿਹੜਾ ਦਿੱਤਾ ਸੀਗਾ, ਔਰ ਉਸ ਤੋਂ ਬਾਅਦ ਡਿਸਪੈਚ ਕੰਪਨੀ ਹੈ ਜਿਹੜੀ ਟਾਂਡਾ ਸਾਹਿਬ ਹੋ ਰਹੀ ਉਸ ਦੇ ਮਾਲਕ ਨੇ, ਤੇ ਉਹ ਕੰਪਨੀ ਨੂੰ ਜਿਹੜਾ ਆਰਡਰ ਮਿਲਿਆ ਸੀ ਗੁਜਰਾਤ ਤੱਕ ਪਹੁੰਚਾਉਣ ਦਾ, ਲੇਕਿਨ 4 ਦਿਨਾਂ ਦੇ ਵਿੱਚ ਉਹ ਆਰਡਰ ਆ ਜਿਹੜਾ ਉੱਥੇ ਨਹੀਂ ਪਹੁੰਚਾ ਪਾਏ। ਤੇ ਉਸ ਦੇ ਖਿਲਾਫ ਕੰਪਨੀ ਨੇ ਟਾਂਡਾ ਸਾਹਿਬ ਉੱਤੇ ਇੱਕ FIR ਜਿਹੜੀ ਦਰਜ ਕੀਤੀ ਹੈ। ਉਸ ਸਾਰੇ ਮਸਲੇ ਨੂੰ ਲੈ ਕੇ ਸਨੀ ਕੈਂਥ ਹੋਰਾਂ ਨੇ ਇੱਕ ਪ੍ਰੈਸ ਵਾਰਤਾ ਕੀਤੀ, ਤੇ ਸਾਡੇ ਨਾਲ ਇਸ ਟਾਈਮ ਲੁਧਿਆਣੇ ਤੋਂ ਸੀਨੀਅਰ ਵਕੀਲ ਹਰੀਸ਼ ਰਾਏ ਟਾਂਡਾ ਜੀ ਮੌਜੂਦ ਨੇ। ਸਾਰੀ ਗੱਲਬਾਤ ਉਹਨਾਂ ਨਾਲ ਕਰਦੇ ਹਾਂ ਕਿ ਆਖਿਰ ਇਹ ਮਾਮਲਾ ਹੈ ਕੀ ਹੈ। ਟਾਂਡਾ ਸਾਹਿਬ ਨਮਸਕਾਰ। ਸਰ, ਇੱਕ ਪ੍ਰੈਸ ਵਾਰਤਾ ਹੁੰਦੀ ਹੈ, ਤੋਲੀਆ ਚੋਰੀ ਦਾ ਇਲਜ਼ਾਮ ਲੱਗਦਾ ਹੈ, FIR ਦਰਜ ਹੁੰਦੀ ਹੈ, ਬਕਾਇਦਾ ਉਹਨਾਂ ਨੇ ਦਿਖਾਇਆ ਕਿ ਹਰੀਸ਼ ਰਾਏ ਟਾਂਡਾ ਜੀ ਦਾ ਨਾਂ ਜਿਹੜਾ FIR ਦੇ ਵਿੱਚ ਦਰਜ ਹੈ। ਸ਼ੁਕਰ ਹੈ, ਪਹਿਲਾਂ ਤਾਂ ਮੈਨੂੰ ਰੇਪਿਸਟ ਕਹਿੰਦੇ ਸੀ, ਹੁਣ ਮੇਰੀ ਡਿਮੋਸ਼ਨ ਕਰਕੇ ਤੌਲੀਆ ਚੋਰ ਬਣਾਇਆ। ਇਹ ਬਹੁਤ ਵੱਡੀ ਇਹਨਾਂ ਦੀ ਕੋਝਾ ਤੇ ਲਿਫ ਕੇ ਵਾਰ ਬੈਂਸ ਦਾ ਤੇ ਆਸ਼ੂ ਦਾ ਮਿਲ ਕੇ ਹੈ। ਇਹ ਬੜੀ ਤਕਲੀਫ 'ਚ ਹੈ ਕਿ ਮੈਂ ਉਸ ਰੇਪ ਪੀੜਿਤ ਦੀ ਮਦਦ ਕਿਉਂ ਕਰਦਾ, ਉਹਦੀ ਮੈਂ ਆਵਾਜ਼ ਬਣ ਕੇ ਉਹਦੇ ਹੱਕ ਦੀ ਇਨਸਾਫ ਦਿਵਾਉਣ ਲਈ ਗੱਲ ਕਿਉਂ ਕਰਦਾ। ਇਹਨਾਂ ਨੂੰ ਇਹ ਵੀ ਤਕਲੀਫ ਹੈ ਕਿ ਮੈਂ ਉਹਦਾ ਕੇਸ ਅਦਾਲਤ ਦੇ ਵਿੱਚ ਕਿਉਂ ਲੜਦਾ, ਬਹੁਤ ਤਕਲੀਫ ਹੈ। ਇਹ ਜਿਹੜਾ ਸੰਦੀਪ ਗੋਇਲ ਹੈ SSP ਬਰਨਾਲਾ, ਸੰਦੀਪ ਗੋਇਲ ਤੇ ਭਾਰਤ ਭੂਸ਼ਣ ਆਸ਼ੂ ਪੂਰਾ ਲੁਧਿਆਣਾ ਜਾਣਦਾ ਹੈ, ਇਹਨਾਂ ਦੀਆਂ ਬਹੁਤ ਸਾਂਝਾਂ। ਇਹ ਫੈਮਲੀਆਂ 'ਚ ਇਹਨਾਂ ਦਾ ਵਿਚਰਨਾ, ਤੇ ਜਦ ਆਸ਼ੂ ਕਾਉਂਸਲਰ ਹੁੰਦਾ ਸੀ, ਇਹ DSP ਹੁੰਦਾ ਸੀ, ਤੇ ਆਸ਼ੂ ਦੀ ਡੈਰੀ ਦੇ ਬਾਹਰ ਬੈਠ ਕੇ ਤਾਸ਼ ਖੇਡਿਆ ਕਰਦੇ ਸੀ ਇਹ DSP ਸਾਹਿਬ। ਇਹ DSP ਸਾਹਿਬ ਦਾ ਚਲੋ ਐਨੀ ਹਾਓ, ਇਹ ਜਦ ਬਰਨਾਲੇ ਲੱਗੇ ਹੈ, ਇਹ ਆਪਣੇ ਆਪ ਨੂੰ ਰਜਿੰਦਰ ਗੁਪਤੇ ਦਾ ਰਿਸ਼ਤੇਦਾਰ ਵੀ ਦੱਸਦੇ ਆ, ਟਰਾਈਡੈਂਟ ਦਾ ਮੈਨੇਜਿੰਗ ਡਾਇਰੈਕਟਰ। ਤੇ ਇਹ ਬਰਨਾਲੇ ਜਦ ਦਾ SSP ਲੱਗਿਆ, ਰਜਿੰਦਰ ਗੁਪਤੇ ਦੇ ਉੱਥੇ ਗੈਸਟ ਹਾਊਸ ਦੇ ਵਿੱਚ ਉੱਥੇ ਹੀ ਰਹਿੰਦਾ, ਉਹਦਾ ਹੀ ਟੁੱਕ ਖਾਂਦਾ। ਇਹ ਇਹਨਾਂ ਦੀ ਸਾਂਝ ਹੈ। ਮੇਰੀ ਇੱਕ ਪਰਿਵਾਰਿਕ ਬਿਜ਼ਨਸ ਹੈ ਸਵਿਫਟ ਟਰਾਂਸਪੋਰਟ ਦੇ ਨਾਮ ਤੇ, ਕਈ ਹੋਰ ਵੀ ਹੈ। ਇੱਕ ਬਿਜ਼ਨਸ ਇਹ ਹੈ ਜਿਹਦੇ 'ਚ ਅਸੀਂ ਟਰਾਂਸਪੋਰਟ ਸਰਵਿਸ ਵੱਡੇ ਟਰਾਲਿਆਂ ਦੀ ਪ੍ਰੋਵਾਈਡ ਕਰਦੇ ਹਾਂ, ਕੰਟੇਨਰ ਦੀ ਟਰਾਂਸਪੋਰਟੇਸ਼ਨ ਦੀ, ਜਿਹਦੇ 'ਚ 5 ਪਾਰਟਨਰ ਹੈ, ਮੈਂ ਹਾਂ, ਮੇਰਾ ਭਰਾ ਹੈ, 3 ਹੋਰ ਹੈ ਸਾਡੇ ਨੌਨ ਫੈਮਿਲੀ ਮੈਂਬਰਸ, 4 ਅਸੀਂ ਨੌਨ ਵਰਕਿੰਗ ਪਾਰਟਨਰਸ हैं, ਸਲੀਪਿੰਗ ਪਾਰਟਨਰ ਹੈ। ਸਰਬਜੀਤ ਸਿੰਘ ਮੰਡੇਰ ਉਹ ਵਰਕਿੰਗ ਪਾਰਟਨਰ ਹੈ, ਉਹ ਬਿਜ਼ਨਸ ਰਨ ਕਰਦੇ हैं। ਇਹਨਾਂ ਨੇ 4 ਸਾਡੇ ਤੋਂ ਟਰੱਕ ਮੰਗੇ, ਟਰਾਈਡੈਂਟ ਨੇ ਫਰਮ ਤੋਂ ਮੰਗੇ ਰੂਟੀਨ 'ਚ, 5 ਸਾਲ ਦੇ ਉਹਨਾਂ ਦੀ ਟਰਾਂਸਪੋਰਟੇਸ਼ਨ ਕਰਦੇ ਹਾਂ। ਉਹਨਾਂ ਲਈ 4 ਚੋਂ 1 ਸਾਡੇ ਕੋਲ ਅਵੇਲੇਬਲ ਸੀ, 3 ਅਸੀਂ ਲੋਕਲ ਇੱਕ ਟਰਾਂਸਪੋਰਟ ਕੰਪਨੀ ਹੈ JP ਟਰਾਂਸਪੋਰਟ ਕੰਪਨੀ, ਉਹਦੇ ਤੋਂ 3 ਉਹਨਾਂ ਤੋਂ ਲਏ, ਜਿਹਦੇ 'ਚੋਂ 1 ਟਰੱਕ ਅਨਿਲ ਸੈਣੀ ਮਾਲਕ ਡਰਾਈਵਰ ਸੀ। ਇਹ ਜਿਹੜੀ ਲੋਕਲ ਟਰਾਂਸਪੋਰਟ ਕੰਪਨੀ ਹੈ ਵੀ ਲੁਧਿਆਣੇ ਦੀ ਹੈ ਕਿ ਬਰਨਾਲੇ ਦੀ? ਲੁਧਿਆਣੇ ਦੀ। ਉਹਦੇ 'ਚ ਅਸੀਂ ਖਾਲੀ ਇੱਥੋਂ ਕੰਟੇਨਰ ਲਿਜਾ ਕੇ ਬਰਨਾਲੇ ਧੌਲਿਆ ਜਗ੍ਹਾ ਇੱਕ, ਉੱਥੇ ਇਹਨਾਂ ਦੀ ਫੈਕਟਰੀ ਹੈ, ਉੱਥੇ ਲੋਡ ਕੀਤੇ ਇਹਨਾਂ ਨੇ। ਲੋਡ ਕਰਕੇ 4 ਟਰੱਕ ਰਵਾਨਾ ਹੋ ਜਾਂਦੇ ਆ 9 ਤਰੀਕ ਨੂੰ ਮੁੰਦਰਾ ਲਈ। ਗੁਜਰਾਤ ਦੇ ਬਾਰਡਰ ਤੋਂ ਪਹਿਲਾਂ ਇਹ ਅਨਿਲ ਸੈਣੀ ਨੂੰ ਬੁਖਾਰ ਚੜ੍ਹ ਜਾਂਦਾ ਹੈ ਤੇ ਇਹ ਟਰੱਕ ਰੋਕ ਲੈਂਦਾ, ਇਹਦੀ ਤਬੀਅਤ ਠੀਕ ਨਹੀਂ ਹੈ। ਫਿਰ ਇਹਦੇ ਦੱਸਣ ਦੇ ਮੁਤਾਬਕ ਇਹਨੂੰ ਇੱਕ ਬੰਦਾ ਮਿਲਦਾ, ਵਾਕਫ ਇਹਦਾ ਪੁਰਾਣਾ
ਮਨਜੀਤ ਬਿੱਲੀਮਾਰ। ਉਹ ਕਹਿੰਦਾ ਤੇਰੀ ਤਬੀਅਤ ਖਰਾਬ ਹੈ, ਚੱਲ ਮੈਂ ਤੇਰੇ ਨਾਲ ਟਰੱਕ ਤੋਰਦਾ, ਮੈਂ ਤੇਰਾ ਟਰੱਕ। ਉਹਨੇ ਇਹਨੂੰ ਖਾਣ ਨੂੰ ਕੋਈ ਦਵਾਈ ਦੇ ਦਿੱਤੀ ਜਿਹਦੇ ਨਾਲ ਇਹ ਬੇਹੋਸ਼ ਹੋ ਗਿਆ, ਅਤੇ 3 ਟਰੱਕ 12 ਤਰੀਕ ਰਾਤ ਨੂੰ ਪਹੁੰਚ ਗਏ। 13 ਤਰੀਕ ਨੂੰ ਡਾਊਨਲੋਡ ਕਰਤੇ ਉਹਨਾਂ ਨੇ ਕੰਟੇਨਰ। ਇਹ ਸਾਡੇ ਜਿਹੜੀ ਮੁਲਾਜ਼ਮ ਸੀਗੇ ਫਰਮ ਦੇ, ਉਹ ਹਰ 2-2 ਘੰਟੇ ਬਾਅਦ ਹਰ ਟਰੱਕ ਡਰਾਈਵਰ ਨਾਲ ਗੱਲ ਕਰਦੇ ਆ ਵੀ ਕਿੱਥੇ ਪਹੁੰਚਿਆ, ਕਿੱਥੇ ਪਹੁੰਚ ਗਿਆ। ਉਹਨਾਂ ਨੇ ਜਦ 12 ਤਰੀਕ ਨੂੰ ਇਹਦਾ ਟੈਲੀਫੋਨ ਬੰਦ ਆਉਣ ਲੱਗ ਗਿਆ ਤਾਂ ਉਹਨਾਂ ਨੇ ਉਹ ਜਿਹੜੀ ਲੋਕਲ ਟਰਾਂਸਪੋਰਟ ਕੰਪਨੀ ਆ ਉਹਨੂੰ ਕਿਹਾ ਭਾਈ ਉਹ ਟਰੱਕ ਟੈਲੀਫੋਨ ਨਹੀਂ ਚੱਕ ਰਿਹਾ, ਦੱਸ ਕਿੱਥੇ ਆ। ਉਹ ਕਹਿੰਦਾ ਮੈਂ ਪਤਾ ਕਰਦਾ, ਮੇਰਾ ਇੱਕ ਹੋਰ ਟਰੱਕ ਉਸ ਏਰੀਏ 'ਚ ਜਾ ਰਿਹਾ, ਪਤਾ ਕਰਨਾ। ਉਹਨੇ ਪਤਾ ਕਰਕੇ ਦੱਸਿਆ 13 ਤਰੀਕ ਨੂੰ ਕਿ ਉਹ ਬੰਦਾ ਇੱਕ ਕੋਈ ਪੰਜਾਬੀ ਢਾਬਾ ਹੈ ਸਮਤਲਪੁਰ ਗੁਜਰਾਤ ਦੇ ਵਿੱਚ, ਉੱਥੇ ਉਹ ਬੇਹੋਸ਼ ਪਿਆ ਅਤੇ ਟਰੱਕ ਉੱਥੇ ਖੜ੍ਹਾ ਹੈ, ਕੰਟੇਨਰ ਖਾਲੀ ਹੈ, ਸੀਲਾਂ ਟੁੱਟੀਆਂ ਹੋਈਆਂ। ਫਿਰ ਸਾਡਾ ਇੱਕ ਬੰਦਾ ਦੀਪਕ ਖੱਤਰੀ, ਉਹ ਗਾਂਧੀ ਨਗਰ ਸੀ, ਉਹਨੇ ਇਤਲਾਹ ਦਿੱਤੀ ਟਰਾਈਡੈਂਟ ਵਾਲਿਆਂ ਨੂੰ ਕਿ ਇੱਦਾਂ ਭਾਣਾ ਵਾਪਰ ਗਿਆ ਲੱਗਦਾ। ਉਹ ਆਪ ਉੱਥੇ ਪਹੁੰਚਿਆ। ਉੱਥੇ ਪਹੁੰਚ ਕੇ ਉਹਨੇ ਫਿਰ ਫੋਟੋਆਂ ਖਿੱਚ ਕੇ ਇਹਨਾਂ ਨੂੰ ਈਮੇਲ ਕੀਤੀ ਕਿ ਆ ਬੇਹੋਸ਼ ਪਿਆ ਬੰਦਾ। ਉਹ ਸ਼ਾਮ ਤੱਕ ਉਹਨੂੰ ਥੋੜ੍ਹੀ ਬਹੁਤ ਹੋਸ਼ ਆਈ, ਉਹਨੇ ਦੱਸਣਾ ਸ਼ੁਰੂ ਕੀਤਾ। ਫਿਰ ਟਰਾਈਡੈਂਟ ਦੇ 4 ਬੰਦੇ ਟਰਾਂਸਪੋਰਟ ਕੰਪਨੀ 'ਤੇ ਪਹੁੰਚੇ ਸਾਡੀ 'ਤੇ, ਸਾਡੇ ਮੁਲਾਜ਼ਮ ਨੂੰ ਇੱਕ ਨੂੰ ਮਿਲੇ। ਉਹਦੇ ਨਾਲ ਮਿਲ ਕੇ ਇੱਕ ਸਾਡਾ ਮੁਲਾਜ਼ਮ ਅਤੇ ਇੱਕ ਉਹਨਾਂ ਦਾ ਮੁਲਾਜ਼ਮ ਸੁਨੀਲ ਗੁਪਤਾ, ਇਹ ਇਕੱਠੇ ਦੋਨੇ ਰਵਾਨਾ ਹੋ ਗਏ ਜਿੱਥੇ ਘਟਨਾ ਹੋਈ ਹੈ। 14 ਤਰੀਕ ਰਾਤ ਨੂੰ ਪਹੁੰਚ ਗਏ। 15 ਤਰੀਕ ਨੂੰ ਇਹਨਾਂ ਨੇ ਜਦ ਤੱਕ ਉਹਨੂੰ ਹੋਸ਼ ਆ ਗਈ ਬੰਦੇ ਨੂੰ, ਉਹਦੀ ਪੁੱਛ-ਗੁੱਛ ਕਰਕੇ ਕਨਵਿੰਸ ਹੋ ਗਏ ਕਿ ਇਹ ਲੁੱਟਿਆ ਗਿਆ ਅਤੇ ਉਹ ਬੰਦਾ ਬੇਗੁਨਾਹ ਹੈ। 16 ਤਰੀਕ ਨੂੰ ਉਹਨਾਂ ਨੇ ਫਿਰ ਵੀ ਸਾਨੂੰ ਕਿਹਾ ਕਿ ਤੁਸੀਂ ਕੰਪਲੇਂਟ 'ਚ ਡਰਾਈਵਰ ਦਾ ਨਾਮ ਜ਼ਰੂਰ ਲਿਖਾਓ, ਇਹ ਨਾ ਹੋਵੇ ਕਿ ਡਰਾਈਵਰ ਸਾਨੂੰ ਝੂਠ ਹੀ ਬੋਲਦਾ ਹੋਵੇ, ਕਿਉਂਕਿ ਉਦੋਂ ਤੱਕ ਅਗਲੀ ਕਾਰਵਾਈ ਦਾ ਕੁਝ ਪਤਾ ਹੀ ਨਹੀਂ ਸੀਗਾ। ਅਸੀਂ ਉਹ ਕੰਪਲੇਂਟ ਲਿਖ ਕੇ ਕਿ ਡਰਾਈਵਰ ਦੀ ਮਿਲੀ ਭੁਗਤ ਦਾ ਸਾਨੂੰ ਸ਼ੱਕ ਹੈ ਅਤੇ ਇਹ ਕਹਿੰਦਾ ਹੈ ਕਿ ਮੈਨੂੰ ਆਹ ਬੰਦਾ ਮਿਲਿਆ, ਮੈਨੂੰ ਆਹ ਬੰਦਾ ਮਿਲਿਆ। 3 ਬੰਦੇ ਉਹਨੇ ਦੱਸੇ ਡਰਾਈਵਰ ਨੇ, ਕਿ ਪਹਿਲਾਂ 1 ਬਣਿਆ, ਫਿਰ ਅੱਗੇ 2 ਮਿਲ ਗਏ ਹੋਰ, ਉਹ ਵੀ ਨਾਲ ਬੈਠ ਗਏ। ਅਤੇ ਉਹ 4 ਬੰਦਿਆਂ ਦੇ ਖਿਲਾਫ ਅਸੀਂ ਕੰਪਲੇਂਟ ਦਿੱਤੀ, 16 ਨੂੰ ਲਿਖਤੀ। ਇਹਨਾਂ ਦਾ ਬੰਦਾ ਨਾਲ ਸੀ। ਉਹ ਜਿਹੜੀ ਕੰਪਲੇਂਟ ਤੁਸੀਂ ਕਿੱਥੇ ਦਿੱਤੀ? SP ਨੂੰ, ਸਮਤਲਪੁਰ। ਹਾਂ, ਉਹਨੂੰ ਬਾਏ ਮੇਲ ਵੀ ਭੇਜੀ, DGP ਨੂੰ ਵੀ ਮੇਲ ਕੀਤੀ, ਫਿਰ ਦਸਤੀ ਜਾ ਕੇ ਥਾਣੇਦਾਰ ਨੂੰ ਵੀ ਦਿੱਤੀ, SHO ਨੂੰ ਵੀ ਦਿੱਤੀ। ਉਹਦੀ ਇੱਕ ਕਾਪੀ SSP ਬਰਨਾਲੇ ਨੂੰ ਵੀ ਭੇਜੀ ਕਿ ਭਾਈ ਇੱਦਾਂ ਹੋ ਗਿਆ, ਤੂੰ ਸਾਡੀ ਮਦਦ ਕਰ। ਉਹ FIR ਨਹੀਂ ਕਰਦੇ 16 ਤਰੀਕ ਨੂੰ। ਇਹ ਜਦ 16 ਨੂੰ ਇਹਨਾਂ ਦਾ ਮੁਲਾਜ਼ਮ ਵਾਪਸ ਆ ਗਿਆ ਤਾਂ ਸਾਨੂੰ ਹੁਣ ਪਤਾ ਲੱਗਦਾ ਇਹਨਾਂ ਨੇ ਲਿਖ ਕੇ ਸਾਡੇ ਖਿਲਾਫ ਦਰਖਾਸਤ ਦੇ ਦਿੱਤੀ ਕਿ ਸਾਡਾ ਮਾਲ ਪਹੁੰਚਿਆ ਨਹੀਂ, ਇਹਨਾਂ ਖਿਲਾਫ ਕਾਰਵਾਈ ਕੀਤੀ ਜਾਵੇ। ਅਸੀਂ ਇਹਨਾਂ ਦਾ ਮਾਲ ਖੁਰਦ-ਪੁਰਦ ਕਰਕੇ ਟਰਾਈਡੈਂਟ ਵਾਲਿਆਂ ਨੇ, ਜਿਹਦੇ 'ਤੇ 19 ਤਰੀਕ ਨੂੰ ਸਾਨੂੰ ਇੱਕ ਬੰਦਾ CIA ਸਟਾਫ ਬਰਨਾਲੇ ਦਾ ਬੁਲਾਉਣ ਆਇਆ ਕਿ ਜੀ ਸੋਮਵਾਰ ਤੁਸੀਂ ਪੇਸ਼ ਹੋ 21 ਤਰੀਕ ਨੂੰ। 20 ਤਰੀਕ ਨੂੰ ਜ਼ੋਰ ਪਾ ਕੇ ਨਰਿੰਦਰ ਮੋਦੀ ਜੀ ਦੇ ਮੇਲ 'ਤੇ ਪਾਇਆ, ਉਹਨਾਂ ਨੇ ਅੱਗੇ ਮੇਲ ਪਾਈ, ਉੱਥੇ ਦੇ ਹੋਮ ਮਿਨਿਸਟਰ ਨੂੰ ਮਿਲੇ, ਉੱਥੇ ਦੇ CM ਨੂੰ ਮੇਲਸ ਪਾਈਆਂ। ਅਲਟੀਮੇਟਲੀ 20 ਤਰੀਕ ਨੂੰ FIR ਰਜਿਸਟਰ ਹੋ ਗਈ। ਅਸੀਂ 20 ਤਰੀਕ ਨੂੰ FIR ਟਰਾਈਡੈਂਟ ਵਾਲਿਆਂ ਨੂੰ ਵੀ ਭੇਜਤੀਆਂ, ਇਹਨਾਂ ਦੇ ਸਾਰੇ ਮੁਲਾਜ਼ਮਾਂ ਨੂੰ, 8-10 ਮੁਲਾਜ਼ਮਾਂ ਨੂੰ, SSP ਬਰਨਾਲਾ ਨੂੰ ਵੀ ਭੇਜਤੀ, CIA ਸਟਾਫ ਦੇ SHO ਨੂੰ ਵੀ ਭੇਜਤੀ। ਫਿਰ ਮੈਂ ਟੈਲੀਫੋਨ 'ਤੇ ਗੱਲ ਕੀਤੀ CIA ਸਟਾਫ ਦੇ SHO ਨਾਲ। ਮੈਂ ਕਿਹਾ ਮੈਂ ਇੱਥੇ ਮੁਕਤਸਰ ਆਇਆ ਹੋਇਆ 20 ਤਰੀਕ ਨੂੰ, ਤੈਨੂੰ ਮਿਲ ਜਾਣਾ। ਕਹਿੰਦਾ ਨਹੀਂ, ਤੁਹਾਡੇ ਮਿਲਣ ਦੀ ਲੋੜ ਨਹੀਂ ਹੈ, ਫਿਕਰ ਨਾ ਕਰੋ, ਤੁਸੀਂ ਆਪਣਾ ਕੋਈ ਬੰਦਾ ਭੇਜ ਦਿਓ। ਫਿਰ ਜਿਹੜਾ ਸਾਡਾ ਮੈਨੇਜਿੰਗ ਪਾਰਟਨਰ, ਉਹ 23 ਤਰੀਕ ਨੂੰ ਜਾ ਕੇ ਬਿਆਨ ਦੇ ਆਇਆ ਅਤੇ FIR ਦੀ ਕਾਪੀ ਫਿਰ ਦੇ ਆਇਆ ਕਿ ਆ ਲਓ FIR ਦੀ ਕਾਪੀ। ਉਹਦੇ ਬਾਅਦ 26 ਤਰੀਕ ਨੂੰ ਉੱਥੋਂ ਪੁਲਿਸ ਇੱਥੇ ਆਉਂਦੀ ਹੈ। 25 ਤਰੀਕ ਰਾਤ ਨੂੰ ਉਹ ਬਰਨਾਲੇ ਸਿਟੀ ਥਾਣੇ ਦੇ ਵਿੱਚ ਉਹ ਮੁਲਜ਼ਮ ਨੂੰ ਰੱਖਦੀ ਹੈ, ਇੱਕ ਨੂੰ ਅਰੈਸਟ ਕਰਕੇ ਲਿਆਉਂਦੇ ਆ। ਸਾਰੀ ਦਿਹਾੜੀ ਇਹਨਾਂ ਦੇ ਬੈਠੇ ਰਹਿੰਦੇ ਟਰਾਈਡੈਂਟ ਦੇ, ਇਹ ਕੋਈ ਉਹਨਾਂ ਨੂੰ ਬਿਆਨ ਨਹੀਂ ਦਿੰਦੇ, ਕੋਈ ਮਦਦ ਨਹੀਂ ਕਰਦੇ। ਆਖਰਕਾਰ ਉਹ ਫਿਰ ਮੁਕੇਰੀਆਂ ਚਲੇ ਗਏ ਇੱਕ ਮੁਲਜ਼ਮ ਫੜਨ, ਉਹਨਾਂ ਨੂੰ ਉਹ ਨਹੀਂ ਲੱਭਿਆ। ਦੂਜੇ ਪਾਸੇ ਸਾਡੇ ਮੁਲਾਜ਼ਮ ਪੁਲਿਸ ਨਾਲ ਨਿਰੰਤਰ ਸਾਰੇ CCTV ਕੈਮਰੇ ਜਿੰਨੇ ਹਾਈਵੇ 'ਤੇ ਟੋਲ ਸੀ ਉਹ ਫੋਲਣੇ ਸ਼ੁਰੂ ਕਰ ਲਏ। 3 ਦਿਨਾਂ ਦੇ ਬਾਅਦ ਉਹ ਟਰੱਕ ਦੀ ਮੂਵਮੈਂਟ ਪਤਾ ਲੱਗੀ, ਪਲੱਸ ਜਿਹੜੇ ਟੈਲੀਫੋਨ ਨੰਬਰ ਉਹ 3 ਬੰਦਿਆਂ ਦੇ ਉਹਨੇ ਡਰਾਈਵਰ ਨੇ ਦੱਸੇ, ਪਲੱਸ ਟੈਲੀਫੋਨ ਦਾ ਜਿਹੜਾ ਡਰਾਈਵਰ ਦਾ ਟੈਲੀਫੋਨ ਨੰਬਰ ਸੀ ਉਹ ਬੰਦ ਸੀ, ਪਰ ਉਹਦੇ SMS ਕਰਕੇ ਮੂਵਮੈਂਟ ਆਉਂਦੀ ਸੀ। ਉਹ ਤੋਂ ਪਤਾ ਲੱਗਿਆ ਕਿ ਇਹਨੂੰ ਬੇਹੋਸ਼ੀ ਦੀ ਹਾਲਤ 'ਚ ਵੀ ਨਾਲ ਹੀ ਲੈ ਗਏ 200 ਕਿਲੋਮੀਟਰ ਦੂਰ ਇੱਕ ਸ਼ਹਿਰ 'ਚ, ਉੱਥੇ ਮਾਲ ਲਾ ਕੇ ਵਾਪਸ ਲਿਆ ਕੇ ਉੱਥੇ ਖੜਾ ਕਰ ਗਏ। ਉਹ ਜਦ ਟਰੇਸ ਕਰ ਲਿਆ, ਸ਼ਹਿਰ ਪਤਾ ਲੱਗ ਗਿਆ, ਫਿਰ ਸਾਡੇ ਬੰਦਿਆਂ ਨੇ ਰੱਖ ਕੇ ਇੱਕ ਫੈਕਟਰੀ ਦੇ CCTV ਚੈੱਕ ਕਰਨੇ ਸ਼ੁਰੂ ਕਰਤੇ, ਇੱਕ ਵੱਡਿਓਂ ਲੱਗ ਗਏ। ਆਖਰਕਾਰ ਇੱਕ ਸਮਤਲਪੁਰ ਨਹੀਂ ਜੀ, ਸਮਤਲਪੁਰ ਤੋਂ ਦੂਰ ਇੱਕ ਜਗ੍ਹਾ ਇੰਡਸਟਰੀਅਲ ਏਰੀਆ ਜਿੱਥੇ ਖਾਲੀ ਹੋਇਆ 250 ਕਿਲੋਮੀਟਰ ਦੂਰ,
ਉੱਥੇ ਫਿਰ ਆਖਰ ਇੱਕ CCTV 'ਚੋਂ ਉਹ ਟਰੱਕ ਨਜ਼ਰ ਆ ਗਿਆ। ਉਹ ਟਰੱਕ ਨਜ਼ਰ ਆਇਆ ਤਾਂ ਪਤਾ ਲੱਗ ਗਿਆ ਕਿਹੜੇ ਅੰਦਰ ਵੜਿਆ। ਉਹ 29 ਤਰੀਕ ਨੂੰ ਆਇਡੈਂਟੀਫਾਈ ਹੋ ਗਈ ਜਗ੍ਹਾ ਕਿ ਇਸ ਅੰਦਰ ਝਾਤੀ ਮਾਰੀ, ਢੱਠਿਆ ਹੋਇਆ ਗਡਾਊਨ ਸੀ, ਉਹਦੇ 'ਚ ਮਾਲ ਪਿਆ ਸੀ। ਪੁਲਿਸ ਨੇ ਪਲੇਨ ਕਲੋਥ 'ਚ ਉੱਥੇ 2 ਬੰਦੇ ਸਟੇਸ਼ਨ ਕਰਤੇ ਕਿ ਜੇ ਕੋਈ ਆਊਗਾ ਤਾਂ ਦੱਸਿਓ। ਇੱਥੋਂ ਪੁਲਿਸ ਵਾਪਸ ਚੱਲ ਪਈ। ਇਹ 29 ਦੀ ਰਾਤ ਨੂੰ ਪੁਲਿਸ ਵਾਪਸ ਪਹੁੰਚੀ। ਉਹਨੇ ਕਿਹਾ ਸਵੇਰ ਨੂੰ ਆਪਾਂ ਆਪਰੇਸ਼ਨ ਕਰਾਂਗੇ। ਅਰਲੀ ਮਾਰਨਿੰਗ 8 ਵਜੇ ਉੱਥੇ 3 ਬੰਦੇ ਆ ਗਏ ਜਿਨ੍ਹਾਂ ਨੇ ਉਹ ਮਾਲ ਚੋਰੀ ਦਾ ਖਰੀਦਿਆ ਸੀ। ਉਹ ਪੁਲਿਸ ਨੇ ਉੱਥੇ ਮੌਕੇ ਤੇ ਪਹੁੰਚ ਕੇ ਤਿੰਨੇ ਉਹ ਫੜ ਲਏ। ਸਾਰੇ ਦਾ ਸਾਰਾ ਮਾਲ, ਇਹ ਤਕਰੀਬਨ 20,90,000 ਦਾ, ਜਿਸ 'ਚੋਂ 20 ਲੱਖ ਦਾ ਮਾਲ ਰਿਕਵਰ ਹੋ ਗਿਆ। ਸਿਰਫ 90,000 ਦਾ ਮਾਲ ਹੈ ਜਿਹੜਾ ਨਹੀਂ ਰਿਕਵਰ ਹੋਇਆ। ਉਸ ਰਿਕਵਰੀ ਦਾ ਮੀਮੋ 30 ਤਰੀਕ ਨੂੰ, 29 ਤਰੀਕ ਨੂੰ ਉਹ ਲੱਭ ਗਿਆ। ਉਹਦੇ ਬਾਰੇ ਰੈਗੂਲਰ ਮੇਲ ਭੇਜੀ ਇਹਨਾਂ ਨੂੰ, ਟਰਾਈਡੈਂਟ ਵਾਲਿਆਂ ਨੂੰ। ਇਹਨਾਂ ਨੇ ਕੋਈ ਮਦਦ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਇਹਨਾਂ ਨੂੰ ਕਿਹਾ ਚੱਲੋ ਉੱਥੇ ਸਪੁਰਦਾਰੀ ਤੇ ਲਈਏ ਮਾਲ, ਇਹ ਕੋਈ ਨਹੀਂ ਗਿਆ। ਬਾਰ-ਬਾਰ ਇਹਨਾਂ ਨੂੰ ਮੇਲ ਕੀਤੀ। ਫਿਰ 3 ਤਰੀਕ ਨੂੰ ਮੇਲ ਕੀਤੀ ਰਜਿੰਦਰ ਨੂੰ ਕਿ ਭਾਈ ਤੁਹਾਡੇ ਮੁਲਾਜ਼ਮ ਮਦਦ ਨਹੀਂ ਕਰਦੇ, ਨਾਲ ਨਹੀਂ ਜਾਂਦੇ, ਤੁਸੀਂ ਨਾਲ ਚੱਲੋ। ਇਹ ਕੋਈ ਜਵਾਬ ਨਹੀਂ ਦਿੱਤਾ। 5 ਤਰੀਕ ਨੂੰ ਮੈਂ ਖੁਦ ਟੈਲੀਫੋਨ ਕਰਕੇ ਰਜਿੰਦਰ ਗੁਪਤੇ ਨਾਲ ਗੱਲ ਕੀਤੀ ਕਿ ਤੇਰੇ ਮੁਲਾਜ਼ਮ ਮਦਦ ਨਹੀਂ ਕਰ ਰਹੇ, ਮਾਲ ਉੱਥੇ ਪਿਆ, ਉਹਦੀ ਐਪਲੀਕੇਸ਼ਨ ਦਈਏ, ਸਪੁਰਦਾਰੀ ਲਈਏ। ਇਹ ਮੈਨੂੰ ਕਹਿੰਦਾ ਜੀ ਮੈਨੂੰ ਤੁਸੀਂ ਜਿਹੜੀ ਮੇਲ ਮੈਨੂੰ ਕੀਤੀ ਉਹਦੀ ਕਾਪੀ ਭੇਜ ਦਿਓ। ਮੈਨੂੰ ਕਾਪੀ ਭੇਜਤੀ। ਫਿਰ ਮੈਨੂੰ ਕਹਿੰਦਾ FIR ਦੀ ਕਾਪੀ ਭੇਜ ਦਿਓ, ਟਰਾਂਸਲੇਸ਼ਨ ਇੰਗਲਿਸ਼ ਦੀ। ਮੈਂ ਉਹ ਭੇਜਤੀ। 2 ਵਜੇ ਭੇਜੀ ਹੈ। 4:15 ਵਜੇ ਦਾ ਮੈਨੂੰ ਫੋਨ ਆਇਆ, ਮੇਰਾ ਲੀਗਲ ਟੀਮ ਕਹਿੰਦੀ ਹੈ ਜੀ ਅਸੀਂ ਸਪੁਰਦਾਰੀ ਨਹੀਂ ਲੈਣੀ, ਤੁਸੀਂ ਲਓ, ਜਦ ਕਿ ਮਾਲ ਇਹਨਾਂ ਦਾ। ਮੈਂ ਕਿਹਾ ਮੈਂ ਵਕੀਲ ਹਾਂ, ਸਾਨੂੰ ਸਪੁਰਦਾਰੀ ਮਿਲਣੀ ਨਹੀਂ, ਮਾਲਕ ਤੁਸੀਂ ਹੋ। ਅਸੀਂ ਫਿਰ ਵੀ ਉੱਥੇ ਜੀ ਸਪੁਰਦਾਰੀ ਵਕੀਲ ਅੰਗੇਜ ਕਰਕੇ ਸਪੁਰਦਾਰੀ ਫਾਈਲ ਕਰ ਦਿੱਤੀ ਤੇ ਜੱਜ ਨੇ ਉੱਥੇ ਸਾਨੂੰ ਸਪੁਰਦਾਰੀ ਦੇਣ ਦੀ ਬਜਾਏ ਇਹਨਾਂ ਨੂੰ ਨੋਟਿਸ ਕੱਢਤਾ 12 ਤਰੀਕ ਨੂੰ, 12/4 ਨੂੰ, ਕਿ 14 ਨੂੰ ਤੁਸੀਂ ਪੇਸ਼ ਹੋ। ਉਹ 12 ਨੂੰ ਨੋਟਿਸ ਇਹਨਾਂ ਨੂੰ ਈਮੇਲ ਤੇ ਕੋਰਟ ਵੱਲੋਂ ਵੀ ਆ ਗਿਆ, ਸਾਡੇ ਵੱਲੋਂ ਵੀ ਆ ਗਿਆ। ਹੁਣ ਇਹ ਦੇਖੋ ਸਾਨੂੰ ਕੋਈ ਚੀਜ਼ ਦੀ ਜਾਣਕਾਰੀ ਨਹੀਂ, ਮਾਲ ਰਿਕਵਰ ਹੋ ਗਿਆ। ਇਹ ਭਾਰਤ ਭੂਸ਼ਣ ਆਸ਼ੂ ਤੇ ਬੈਂਸ ਇਹਨਾਂ ਨੇ ਸੋਚਿਆ ਢਾਂਡੇ ਨੂੰ ਫਸਾਉਣ ਦਾ ਮੌਕਾ ਲੱਭ ਗਿਆ। ਨਾਲ ਇਹ ਰਜਿੰਦਰ ਗੁਪਤਾ, ਇਹਦੇ ਕੋਲ ਕੈਬਨਿਟ ਰੈਂਕ ਹੈ, ਇਹ ਅੱਜ ਕੱਲ੍ਹ ਆਸ਼ੂ ਦੇ ਬਹੁਤ ਨੇੜੇ ਹੈ ਕਿਉਂਕਿ ਇਹਨਾਂ ਦੀ ਇੱਕ ਕ੍ਰਿਕਟ ਐਸੋਸੀਏਸ਼ਨ ਤੇ ਆਸ਼ੂ ਨੇ ਕਬਜ਼ਾ ਕੀਤਾ ਹੈ। ਇਹ ਕ੍ਰਿਕਟ ਐਸੋਸੀਏਸ਼ਨ ਤੇ ਕਬਜ਼ਾ ਕਰਨਾ ਚਾਹੁੰਦਾ ਸੀ। ਇਹਨਾਂ ਦਾ ਆਪਸੀ ਕੋਈ ਸਮਝੌਤਾ ਹੋਇਆ। ਇਹ ਕਿੱਟਾਂ ਵੰਡਦਾ ਹੈ। ਇੱਥੇ ਇਹਨਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਵੀ IPL ਵਾਂਗੋਂ ਮੈਚਿਸ ਕਰਾਣੇ। ਆਸ਼ੂ ਜੀ ਬਹੁਤ ਵੱਡੇ ਹੋ ਗਏ ਹੁਣ, ਜਦ ਦੇ ਮੰਤਰੀ ਬਣੇ ਆ, ਬਹੁਤ ਮਾਲ ਮੱਤਾ ਆ ਗਿਆ ਇਹਨਾਂ ਕੋਲ। ਇਹਨਾਂ ਨੇ ਇਸ ਨੀਅਤ ਨਾਲ 5 ਅਪ੍ਰੈਲ ਨੂੰ ਸਾਡੇ ਤੇ FIR ਕਰਾਤੀ, ਸਾਡੇ 5 ਪਾਰਟਨਰਾਂ ਤੇ ਸਣੇ ਮੇਰੇ ਪਲੱਸ ਅਨਿਲ ਸੈਣੀ ਡਰਾਈਵਰ ਤੇ, ਜਾਣਦੇ ਹੋਏ ਕਿ ਮਾਲ ਲੁੱਟਿਆ ਗਿਆ ਸਮਤਲਪੁਰ, ਜਾਣਦੇ ਹੋਏ ਕਿ FIR ਹੋਈ ਆ 20 ਤਰੀਕ ਦੀ, ਜਾਣਦੇ ਹੋਏ ਕਿ 30 ਤਰੀਕ ਨੂੰ ਮਾਲ ਰਿਕਵਰ ਹੋ ਗਿਆ, ਜਾਣਦੇ ਹੋਏ ਕਿ ਇਹਨਾਂ ਦਾ ਬੰਦਾ ਉੱਥੇ ਜਾ ਕੇ ਆਇਆ, ਜਾਣਦੇ ਹੋਏ ਕਿ 15 ਨੂੰ ਸਰਬਜੀਤ ਮੰਡੇਰ ਇਹਨਾਂ ਦੇ ਕਾਰਪੋਰੇਟ ਆਫਿਸ ਲੁਧਿਆਣੇ ਜਾ ਕੇ ਸਾਰੇ ਹਾਲਾਤ ਦੱਸ ਕੇ ਆਇਆ। ਵਜ੍ਹਾ ਕੀ ਹੈ ਕਿ 35 ਲੱਖ ਰੁਪਇਆ ਸਾਨੂੰ ਦੇ ਦਿਓ, 20 ਲੱਖ ਦਾ ਮਾਲ ਹੈ, 15 ਲੱਖ ਸਾਡਾ ਉੱਤੇ ਖਰਚਾ ਹੋ ਜਾਣਾ ਸੀ ਕਿ ਅਸੀਂ ਕਾਹਤਾ ਦਈਏ ਜੀ 35 ਲੱਖ। ਕਿਸਨੇ ਮੰਗਿਆ ਇਹ ਜਿਹੜਾ ਤੁਸੀਂ ਗੱਲ ਕਰ ਰਹੇ ਹੋ, ਕਿਸਨੇ ਮੰਗਿਆ? ਗੁਪਤੇ ਦੇ ਮੁਲਾਜ਼ਮਾਂ ਨੇ, ਮੈਂ ਨਾਮ ਲਿਖ ਕੇ ਦਿੱਤੇ ਹੈ। ਉਹਨਾਂ ਨੇ 35 ਲੱਖ ਮੰਗਿਆ। ਅਸੀਂ ਕਿਹਾ 35 ਲੱਖ ਕਾਹਦਾ ਦਈਏ, ਸਾਡਾ ਕਸੂਰ ਕੀ ਹੈ, ਮਾਲ ਤਾਂ ਰਿਕਵਰ ਹੋ ਗਿਆ। ਜੇ ਹਾਈਵੇ ਤੇ ਚੋਰੀ ਹੁੰਦੀ ਹੈ, ਲੁੱਟਿਆ ਜਾਂਦਾ ਹੈ ਤਾਂ ਟਰਾਂਸਪੋਰਟਰ ਜ਼ਿੰਮੇਵਾਰ ਨਹੀਂ ਹੈ। ਜੇ ਟਰਾਂਸਪੋਰਟਰ ਖੁਰਦ-ਪੁਰਦ ਕਰੇ ਤਾਂ ਟਰਾਂਸਪੋਰਟਰ ਜ਼ਿੰਮੇਦਾਰ ਹੈ। ਜੇ ਮੇਰੀ ਨਲਾਇਕੀ ਹੋਵੇ ਜ਼ਿੰਮੇਦਾਰ ਹੈ। ਮੈਂ ਤਾਂ ਪਲ ਤੇ ਪੱਬਾਂ ਭਾਰ, ਅਸੀਂ ਰੈਗੂਲਰ ਸਾਡੇ ਸਟਾਫ ਦੇ 8-10 ਬੰਦੇ ਇਸੇ ਕੰਮ ਤੇ ਲੱਗੇ ਹੋਏ ਆ। ਉਦਣ ਦੇ 12 ਤਰੀਕ ਤੋਂ ਲੈ ਕੇ ਅੱਜ ਤੱਕ ਇਹ ਕਹਿੰਦੇ ਅਸੀਂ ਮਾਲ ਲੈਣਾ ਹੀ ਨਹੀਂ, ਅਸੀਂ ਮਾਲ ਲੈਣਾ ਹੀ ਨਹੀਂ, ਅਸੀਂ ਤਾਂ ਪੈਸੇ ਲੈਣੇ ਆ। 18 ਲੱਖ ਰੁਪਏ ਇਹਨਾਂ ਦੀ ਸਾਨੂੰ ਦੇਣਦਾਰੀ ਹੈ। 18 ਲੱਖ, 3 ਲੱਖ ਦੀ ਬੈਂਕ ਗਰੰਟੀ ਉਹ ਇਨਵੋਕ ਕਰ ਲਈ, 20 ਲੱਖ ਦਾ ਮਾਲ ਕਹਿੰਦੇ ਆ। ਤੇ ਇਹ ਮੰਤਵ ਇਹ ਸੀ ਮੈਨੂੰ ਬਦਨਾਮ ਕਰਨਾ, ਮੇਰਾ ਨਾਮ ਵਿੱਚ ਆ ਗਿਆ ਨਾ, ਤੇ ਮੇਰੇ ਤੇ ਪ੍ਰੈਸ਼ਰ ਪਾਉਣਾ ਕਿ ਮੈਂ ਉਸ ਔਰਤ ਦੀ ਮਦਦ ਨਹੀਂ ਕਰਾਂ। ਇਹਨਾਂ ਨੂੰ ਬੈਂਸ ਸਾਹਿਬ ਨੂੰ ਪਤਾ ਨਹੀਂ ਤੇ ਆਸ਼ੂ ਨੂੰ ਪਤਾ ਨਹੀਂ ਮੈਂ ਮਿੱਟੀ ਹੋਰ ਦਾ ਬਣਿਆ ਹੋਇਆ। ਐਂਡ ਨਾ ਮੈਨੂੰ ਇਹ ਦੱਬ ਸਕਦੇ ਆ, ਨਾ ਮੈਨੂੰ ਇਹ ਡਰਾ ਸਕਦੇ ਆ। ਮੈਨੂੰ 7 ਤਰੀਕ ਦਾ ਪਤਾ ਹੈ ਕਿ ਮੇਰੇ FIR ਹੋਈ ਹੈ। ਮੈਨੂੰ 7 ਨੂੰ ਪਤਾ ਲੱਗ ਗਿਆ ਸੀ। ਮੈਂ FIR ਦੀ ਕਾਪੀ ਕਢਵਾ ਕੇ ਮੈਂ ਰਜਿੰਦਰ ਗੁਪਤੇ ਨੂੰ ਭੇਜੀ। ਮੈਂ ਕਿਹਾ ਧੰਨਵਾਦ ਤੂੰ ਜਿਹੜਾ ਮੈਨੂੰ ਤੋਹਫਾ ਦਿੱਤਾ। ਫਿਰ ਇਹਨੇ ਮਾਫੀਆਂ ਮੰਗੀਆਂ ਟੈਲੀਫੋਨ 'ਤੇ। ਮੈਂ ਕਿਹਾ ਮਾਫੀਆਂ ਕਾਹਦੀਆਂ? ਕਹਿੰਦਾ ਜੀ ਇਹ ਤਾਂ ਲੀਗਲ ਪ੍ਰੋਸੈਸ ਹੈ। ਮੈਂ ਲੀਗਲ ਪ੍ਰੋਸੈਸ ਇਹ ਹੁੰਦਾ ਕਿ ਜਿਸ ਦਾ ਮਾਲ ਖੋਲਿਆ ਜਾਵੇ ਤੂੰ ਉਹ ਮਾਲਕਾਂ ਤੇ FIR ਕਰਾ ਦੇਵੇਂ। ਮੈਂ ਕਿਹਾ ਤੇਰੀ ਫੈਕਟਰੀ ਦੇ ਵਿੱਚ ਕੋਈ ਸੰਨ ਲਾ ਕੇ ਚੋਰੀ ਕਰ ਜਾਵੇ ਤੇ ਮੈਂ ਤੇਰੇ ਤੇ FIR ਕਰਾ ਦੇਵਾਂ? ਮੈਂ ਕਿਹਾ ਤੈਨੂੰ ਸ਼ਰਮ ਨਹੀਂ ਆਉਂਦੀ? ਇਹ ਢੀਠ ਇਨਸਾਨ ਨੂੰ। ਉਹਦੇ ਬਾਅਦ ਮੈਨੂੰ SSP ਤੇ ਬੜਾ ਨਾਰਾਜ਼ਗੀ ਹੋਈ। ਮੈਂ ਫਿਰ IG ਸਾਹਿਬ ਨਾਲ ਗੱਲ ਕੀਤੀ। ਮੈਂ ਪਹਿਲਾਂ ADGP ਲਾਅ ਐਂਡ ਆਰਡਰ ਨਾਲ ਕੀਤੀ। ਉਹਨਾਂ ਨੇ ਮੈਨੂੰ ਕਿਹਾ ਤੁਸੀਂ IG ਨਾਲ ਗੱਲ ਕਰੋ।
ਫਿਰ ਮੈਂ ਆਈਜੀ ਨਾਲ ਔਲਖ ਸਾਹਿਬ ਨਾਲ ਗੱਲ ਕੀਤੀ, ਉਹਨਾਂ ਨੇ ਵਿਚਾਰਿਆਂ ਨੇ ਮੇਰੇ ਨਾਲ ਸਹਾਨੂਭੂਤੀ ਕੀਤੀ, ਕਹਿੰਦੇ ਬਹੁਤ ਮਾੜਾ ਹੋਇਆ। ਮੈਂ ਕਿਹਾ ਜੀ ਇਹ ਐਸਐਸਪੀ ਨੇ ਜਿਹੜਾ ਇਹਦੀ ਕੋਠੀਆਂ 'ਚ ਰਹਿੰਦਾ ਆਹ ਕੰਮ ਕੀਤਾ ਤੇ ਆਸ਼ੂ ਦੇ ਕਹੇ 'ਤੇ ਕੀਤਾ। ਉਹਨਾਂ ਨੇ ਫਿਰ ਮੈਨੂੰ ਕਿਹਾ ਕਿ ਤੁਸੀਂ ਇੰਜ ਕਰੋ, ਕੋਈ ਬੰਦਾ ਭੇਜੋ, ਐਪਲੀਕੇਸ਼ਨ ਦੇ ਦਿਓ। ਮੈਂ ਉਹਨੂੰ ਪੁੱਛਿਆ ਸੀ, ਉਹ ਕਹਿੰਦਾ ਮੈਨੂੰ ਪਤਾ ਲੱਗ ਗਿਆ ਸੀ FIR। ਮੈਂ ਕਿਹਾ ਜੀ FIR ਤਾਂ ਜਿਹੜੀ FIR ਕੀਤੀ ਉਹਦੇ ਵਿੱਚ ਲਿਖਿਆ, ਸਾਡਾ ਬੰਦਾ ਗਿਆ ਉਹਦਾ ਵਿੱਚ ਲਿਖਿਆ ਕਿ FIR ਗੁਜਰਾਤ ਹੋਈ ਹੈ। ਫਿਰ ਇਹਨਾਂ ਨੂੰ ਮੈਂ ਕਿਹਾ ਸਮਝ ਨਹੀਂ ਆਉਂਦੀ ਕਿ ਦੂਜੀ FIR ਤੁਸੀਂ ਕਿੱਦਾਂ ਕਰ ਦੋਗੇ, ਗੈਰ ਕਾਨੂੰਨੀ ਹੈ। ਅਲਟੀਮੇਟਲੀ ਮੈਂ ਉਹ ਦਰਖਾਸਤ ਦਿੱਤੀ। ਕੱਲ੍ਹ ਮੈਂ ਉਹਦੇ ਬਿਆਨ ਦੇ ਕੇ ਆਇਆ DSP ਕੋਲ, ਸਰਬਜੀਤ ਮੰਡੇਰ ਦੇ ਨਾਲ ਗਿਆ ਸੀ, ਮੈਂ ਵੀ ਬਿਆਨ ਦੇ ਕੇ ਆਇਆ। ਇਹ ਦੇਖੋ ਲੁਕਮਾ ਮੰਤਵ ਹੈ ਮੈਨੂੰ ਬਦਨਾਮ ਕਰਨ ਦਾ। ਇਹ ਪਹਿਲਾਂ ਇਹ ਬੋਲਿਆ ਸੀ ਸਣੀ ਕੈਂਥ, ਉਹਦੇ 'ਤੇ ਮੈਂ ਡੈਫੇਮੇਸ਼ਨ ਕਰਤੀ ਹੈ ਅਤੇ ਕੱਲ੍ਹ ਕਚਹਿਰੀ ਨੇ ਕੱਲ੍ਹ ਦਿਨ ਲੰਘਿਆ ਇਹਨੂੰ ਸਮਨ ਕਰ ਲਿਆ, ਤਲਬ ਕਰ ਲਿਆ, ਇਹਨੂੰ ਵੀ ਇਹਦੇ ਜ਼ਿਲ੍ਹੇ ਪ੍ਰਧਾਨ ਨੂੰ ਵੀ। ਬੈਂਸ ਸਾਹਿਬ ਨੂੰ ਨਹੀਂ ਕੀਤਾ ਕਿ ਉਹ ਮੀਟਿੰਗ ਦੇ ਵਿੱਚ ਨਹੀਂ ਬੈਠੇ ਸੀ, ਉਹ ਮੇਰੀ ਪ੍ਰੇਅਰ ਹੈ ਰੱਦ ਕਰਤੀ, ਪਰ ਉਹ ਵੀ ਹੋਊਗੀ, ਮੈਂ ਉਹਦੀ ਵੀ ਰਿਵੀਜ਼ਨ ਕਰੂੰਗਾ, ਇਹਦਾ ਵੀ ਕਰੂੰਗਾ, ਇਹਦਾ ਵੀ ਨਹੀਂ ਮੈਂ ਬਖਸ਼ਦਾ। ਮੈਂ ਹਾਈ ਕੋਰਟ ਦੇ ਵਿੱਚ ਪਟੀਸ਼ਨ ਕੁਐਸ਼ਨ ਲਈ ਪਾਤੀ ਹੈ। ਹਾਈ ਕੋਰਟ ਨੇ ਸਟੇ ਲਾ ਦਿੱਤਾ ਹੈ ਕਿ ਇਹਦੇ 'ਚ ਕੋਈ ਚਲਾਨ ਨਹੀਂ ਦੇਣਾ ਇਸ ਕੇਸ ਦੇ ਵਿੱਚ। ਇਹਨਾਂ ਨੂੰ ਤਲਬ ਕਰ ਲਿਆ 12 ਜੁਲਾਈ ਲਈ। ਐਂਡ ਇਹਨੇ ਹੁਣ ਇੱਕ ਮੇਰੇ 'ਤੇ ਕੇਸ ਹੋਰ ਫਾਈਲ ਕੀਤਾ ਹੈਗਾ ਆਰਬਿਟਰੇਸ਼ਨ ਦਾ, ਉਹਦਾ ਵੀ ਜਵਾਬ ਦੇਵਾਂਗੇ, ਉਹਦੇ ਇਲਾਵਾ ਵੀ ਪਾਵਾਂਗੇ। ਰਜਿੰਦਰ ਗੁਪਤਾ, SSP ਬਰਨਾਲਾ, ਭਾਰਤ ਭੂਸ਼ਣ ਆਸ਼ੂ, ਸਿਮਰਜੀਤ ਸਿੰਘ ਬੈਂਸ ਤੇ ਜਿਹੜੇ ਇਹਦੇ ਇਹ ਮੂਹਰੇ ਕਰਕੇ ਮੈਨੂੰ ਬਦਨਾਮ ਕਰ ਲਈ, ਤੌਲੀਆ ਚੋਰ ਢਾਂਡਾ, ਕੀ ਮਜ਼ਾਕੀਆ ਅੰਦਾਜ਼ ਦੇ ਨਾਲ ਬੋਲਦੇ ਆ। ਇਹ ਸਮਝਦੇ ਆ ਬਹੁਤ ਵੱਡੀ ਇਹਨਾਂ ਦੀ ਸ਼ੋਭਾ ਹੋ ਜਾਊਗੀ। ਸਿਮਰਜੀਤ ਸਿੰਘ ਬੈਂਸ ਜੀ ਜੇ ਬਹੁਤ ਵੱਡੇ ਲੀਡਰ ਹੈ, ਉਹ ਆਪਣਾ ਕੱਦ ਲੋਕਾਂ ਨੂੰ ਦਿਖਾਉਣ। ਉਹ ਮੇਰਾ ਕੱਦ ਨੀਵਾਂ ਕਰਕੇ ਆਪਣਾ ਕੱਦ ਉੱਚਾ ਨਹੀਂ ਕਰ ਸਕਦੇ। ਇਸ ਕਿਸਮ ਦੀ ਕੁਝ ਇਲਜ਼ਾਮਾਂ ਨਾਲ ਮੈਂ ਨਾ ਡਰਦਾ ਨਾ ਮੇਰੀ ਛਵੀ 'ਤੇ ਕੋਈ ਅਸਰ ਪੈਂਦਾ ਹੈ। ਅਤੇ ਸਿਮਰਜੀਤ ਸਿੰਘ ਬੈਂਸ ਦਾ ਪਿੱਛਾ ਮੈਂ ਨਹੀਂ ਛੱਡਣਾ। ਮੈਂ ਉਸ ਪੀੜਿਤ ਔਰਤ ਨੂੰ ਇਨਸਾਫ ਦਿਵਾਉਣ ਲਈ ਢਿੱਲ ਤੱਕ ਜ਼ੋਰ ਲਾਊਂਗਾ। ਅਤੇ ਹਿੰਦੁਸਤਾਨ 'ਚ ਇਨਸਾਫ ਦੇਰ ਜ਼ਰੂਰ ਹੁੰਦੀ ਹੈ, ਇਹ ਸੋਚਦੇ ਨਾ ਦੇਰ ਹੋ ਗਈ। ਦੇਖੋ ਉਸ ਲੇਡੀ ਨਾਲ ਕੀ ਹੈ, ਉਸ ਲੇਡੀ ਦੇ ਬਾਪ 'ਤੇ ਕਾਰ ਮਰਵਾ ਕੇ ਐਕਸੀਡੈਂਟ ਕੀਤਾ ਉਹਦਾ, ਉਹ ਮਰਨੋਂ ਬਚ ਗਿਆ, ਉਹਦੇ ਸੱਟਾਂ ਲੱਗੀਆਂ। ਉਹਦੀ ਪੁਲਿਸ ਨੇ FIR ਕੀਤੀ ਹੋਈ ਆ, ਅਣਪਛਾਤਿਆਂ ਦੇ ਉਹ ਵੀ ਨਿਕਲ ਆਊ। ਉਸ ਲੇਡੀ ਨੂੰ ਅਸ਼ਲੀਲ ਬਾਹਰੋਂ ਮੈਸੇਜ ਆਉਂਦੇ ਆ ਦੁਬਈ ਤੋਂ ਅਤੇ ਜਰਮਨੀ ਤੋਂ, ਉਹਦੀ ਪੁਲਿਸ ਨੇ FIR ਕਰ ਲਈ ਹੈ, ਉਹਦਾ ਵੀ ਪਤਾ ਲੱਗ ਜੂ ਕੌਣ ਪਿੱਛੇ ਆ, ਉਹ ਵੀ ਨਿਕਲ ਆਣਾ ਹੈ। ਇਹ ਬਚਾ ਰਹੇ ਹੈ, ਕੈਪਟਨ ਅਮਰਿੰਦਰ ਸਿੰਘ ਬਚਾ ਰਹੇ ਇਹਨਾਂ ਨੂੰ, ਆਪਣੀ ਸੋੜੀ ਸਿਆਸਤ 'ਚ ਚੱਲਦੇ। ਇਹ ਨਹੀਂ ਸਮਝਦੇ ਕਿ ਉਹਨਾਂ ਦੀ ਜਿਹੜੀ ਗੱਦੀ ਦੀ ਜ਼ਿੰਮੇਵਾਰੀ ਆ ਬਹੁਤ ਬੜੀ ਜ਼ਿੰਮੇਵਾਰੀ ਹੈ। ਭਾਰਤ ਭੂਸ਼ਣ ਆਸ਼ੂ ਇਹ ਅਹਿਸਾਸ ਨਹੀਂ ਕਰਦਾ ਕਿ ਤੂੰ ਹੁਣ ਉਹ ਭਾਰਤ ਭੂਸ਼ਣ ਆਸ਼ੂ ਨਹੀਂ ਜਿਹੜਾ ਗੁੱਡ ਮੰਡੀ 'ਚ ਬੰਬ ਬਲਾਸਟ ਕਰਦਾ ਸੀ, ਤੂੰ ਉਹ ਭਾਰਤ ਭੂਸ਼ਣ ਆਸ਼ੂ ਹੈ, ਤੇਰੇ ਹੱਥ 'ਚ ਪੰਜਾਬ ਦੀ ਲਗਾਮ ਹੈ, ਤੂੰ ਮੰਤਰੀ ਹੈ। ਜੇ ਇੱਕ ਔਰਤ ਨਾਲ ਗਲਤ ਹੁੰਦਾ ਹੈ, ਇਲਜ਼ਾਮ ਲਾਉਂਦੀ ਹੈ, ਉਹਦੀ FIR ਹੋਣੀ ਚਾਹੀਦੀ ਹੈ। ਪਰ ਇਹ ਲੋਕਾਂ ਨੂੰ ਇਹ ਚੀਜ਼ ਦਾ ਅਹਿਸਾਸ ਨਹੀਂ ਹੈ, ਇਹਨਾਂ 'ਚ ਸੰਵੇਦਨਾ ਨਹੀਂ ਹੈ, ਇਹਨਾਂ ਦੇ ਅੰਦਰ ਚੀਸ ਨਹੀਂ ਹੈ, ਇਹਨਾਂ ਦੇ ਅੰਦਰ ਤੜਫ ਨਹੀਂ ਹੈ। ਇਹ ਮਹਿਸੂਸ ਨਹੀਂ ਕਰਦੇ ਕਿ ਇੱਕ ਔਰਤ 'ਤੇ ਜੇ ਰੇਪ ਹੁੰਦਾ ਹੈ, ਉਹਦੇ ਉੱਤੇ ਇੱਕ ਸਰੀਰਕ ਅਟੈਕ ਵੀ ਹੁੰਦਾ ਹੈ, ਉਹਦੇ 'ਤੇ ਇੱਕ ਮਾਨਸਿਕ ਅਟੈਕ ਵੀ ਹੁੰਦਾ ਹੈ। ਇਹਨਾਂ ਨੂੰ ਇਹ ਚੀਜ਼ ਦੀ ਅਹਿਸਾਸ ਨਹੀਂ ਹੈ। ਮੇਰੇ 'ਤੇ ਹਮਲਾ ਕਰਦੇ ਹੈ ਹਰ ਵਾਰ। ਇਹ ਸਨੀ ਕੈਂਥ ਜੀ ਇਹ ਕਿਉਂ ਨਹੀਂ ਦੱਸਦੇ ਕਿ ਸਿਮਰਜੀਤ ਸਿੰਘ ਜੀ 'ਤੇ ਕਿੰਨੇ ਕੇਸ ਹੋ ਚੁੱਕੇ? ਇਹ ਜਿਹੜਾ ਇਹਨਾਂ ਦੇ ਖਿਲਾਫ ਲੇਡੀ ਕਾਂਸਟੇਬਲਸ ਨੇ ਕੀ ਕਿਹਾ, ਮੈਂ ਕਹਿੰਦਾ ਚੰਗਾ ਨਹੀਂ ਲੱਗਦਾ। ਮੇਰਾ ਕਦੇ ਮਕਸਦ ਸਿਮਰਜੀਤ ਸਿੰਘ ਬੈਂਸ ਨੂੰ ਨੀਵਾਂ ਦਿਖਾਉਂਦਾ ਨਹੀਂ ਹੈ, ਇਹਨਾਂ 'ਤੇ ਹਮਲਾ ਕਰਨ ਦਾ ਨਹੀਂ ਹੈ। ਮੈਂ ਸਣੀ ਜੀ ਬਾਰੇ ਬਹੁਤ ਵਧੀਆ ਗੱਲਾਂ ਜਾਣਦਾ, ਮੈਂ ਇਹਨਾਂ ਬਾਰੇ ਕੁਝ ਨਹੀਂ ਕਹਿਣਾ। ਦੇਖੋ ਇਹ ਇਲਜ਼ਾਮ ਲਗਾ ਕੇ ਮੇਰੇ 'ਤੇ ਹਮਲਾ ਕਿਸ ਮਤਲਬ ਲਈ ਕਰਦੇ ਹੈ? ਕੌਣ ਕਰਾਉਂਦਾ ਹੈ? ਇਹ ਸਿਮਰਜੀਤ ਸਿੰਘ ਬੈਂਸ ਕਰਾਉਂਦਾ ਹੈ, ਆਸ਼ੂ ਕਰਾਉਂਦਾ ਹੈ। ਇਹਨਾਂ ਨੂੰ ਖਤਰਾ ਹੈ ਕਿ ਜਿਹੜਾ ਮੈਂ ਹੈ ਇਕੱਲਾ ਮੈਂ ਪਰਚੇਜ਼ੇਬਲ ਨਹੀਂ ਹੈ, ਮੈਨੂੰ ਇਹ ਖਰੀਦ ਨਹੀਂ ਸਕਦੇ, ਮੇਰਾ ਇਹ ਮੁੱਲ ਨਹੀਂ ਪਾ ਸਕਦੇ, ਮੈਨੂੰ ਇਹ ਆਪਣੇ ਹੱਥਕੰਡਿਆਂ ਨਾਲ ਡਰਾ ਨਹੀਂ ਸਕਦੇ। ਮੈਨੂੰ ਇਹ ਵੀ ਕਹਿੰਦਾ ਸੀ ਮੈਂ ਤੈਨੂੰ ਅਸਲੇ ਚੱਕ ਲਿਆ, ਅਸੀਂ ਮਰਵਾ ਦਾਂਗੇ। ਮੈਨੂੰ ਆਈਆਂ ਧਮਕੀਆਂ, ਬੜੀਆਂ ਧਮਕੀਆਂ ਆਈਆਂ। ਮੈਂ ਕਮਿਸ਼ਨਰ ਸਾਹਿਬ ਨੂੰ ਕਿਹਾ ਸੀ ਧਮਕੀਆਂ ਆਈਆਂ, ਕਹਿੰਦੇ ਸਿਕਿਉਰਿਟੀ। ਮੈਂ ਕਿਹਾ ਨਾ ਸਿਕਿਉਰਿਟੀ ਨਾ ਮੰਗੀ ਹੈ ਨਾ ਮੈਨੂੰ ਚਾਹੀਦੀ ਹੈ, ਇਹ ਤੁਸੀਂ ਜਾਣੋ, ਤੁਹਾਡਾ ਕੰਮ ਜਾਣੇ। ਇਹ ਧਮਕੀਆਂ ਟਾਂਡਾ ਸਾਹਿਬ ਤੁਹਾਨੂੰ ਫੋਨ ਕਾਲ ਆਈ ਆ ਜਾਂ ਕਿੱਦਾਂ? ਕੀ ਸਨੀ ਕੈਂਥ ਨੇ ਪ੍ਰੈਸ ਕਾਨਫਰੰਸ ਕਿਹਾ ਹੈ, ਢਾਂਡੇ ਨੂੰ ਦੱਸ ਦਿਓ ਕਿ ਅਸੀਂ ਵੈਪਨ ਚੱਕੇ ਹੋਏ ਸੀ, ਅਸੀਂ ਇਹ ਕੰਮ ਕਰਿਆ ਕਰਦੇ ਸੀ, ਸਿਆਸਤ 'ਚ ਆ ਕੇ ਛੱਡ ਗਏ ਹੈ, ਅਤੇ ਹੁਣ ਅਸੀਂ ਜੇ ਸਾਡੇ ਲੀਡਰ 'ਤੇ ਇਹੋ ਜਿਹੀਆਂ ਗੱਲਾਂ ਕਹਿਣਗੇ ਅਸੀਂ ਮੁੜ ਕੇ ਚੱਕਾਂਗੇ, ਸਬਕ ਸਿਖਾਵਾਂਗੇ। ਇਹਦਾ ਕੀ ਮਤਲਬ ਹੈ? ਕਿ ਵੈਪਨ, ਇਹਦਾ ਮਤਲਬ ਇਹ ਵੈਪਨਾਂ ਦੇ ਕੰਮ ਕਰਦੇ ਹੁੰਦੇ ਸੀ, ਇਹ ਅੱਤਵਾਦ ਫੈਲਾਉਂਦੇ ਹੁੰਦੇ ਸੀ, ਇਹਨਾਂ ਦਾ ਕਹਿਣ ਦਾ ਮਤਲਬ ਇਹ ਹੈ। ਅਤੇ ਉਹ ਵੈਪਨ ਹੁਣ ਮੇਰੇ 'ਤੇ ਚਲਾਉਣਗੇ? ਇਹ ਕਿਸ ਕਿਸਮ ਦਾ ਮਾਹੌਲ ਹੈ? ਅਤੇ ਕਮਿਸ਼ਨਰ ਸਾਹਿਬ ਚੁੱਪ ਬੈਠੇ ਹੈ। ਮੈਂ ਇਹ ਇੰਟੀਮੇਸ਼ਨ IG ਸਿਕਿਉਰਿਟੀ ਨੂੰ ਦਿੱਤੀ ਹੈ। ਮੇਰੇ ਕੋਲ ਬਿਆਨ ਲਿਖਣ ਆਏ ਸੀ ਕੀ ਇਨਸਿਕਿਉਰਿਟੀ ਹੈ, ਮੈਂ ਦੱਸਤਾ। ਮੈਂ ਇਹ ਵੀ ਦੱਸਤਾ ਕਿ ਕਿਹੜੇ ਬੰਦੇ ਮੇਰੇ 'ਤੇ ਵਰਤਣਗੇ, ਮੈਂ ਉਹਨਾਂ ਦੇ ਨਾਮ ਵੀ ਦੱਸਤੇ। ਮੈਨੂੰ ਕਹਿੰਦੇ ਤੈਨੂੰ ਕਿਵੇਂ ਪਤਾ? ਮੈਂ ਕਿਹਾ ਮੈਂ 40 ਸਾਲ ਵਕਾਲਤ ਕਰਦਾ, ਮੈਂ ਕਹਾਣੀ ਖੋਦਦਾ, ਮੈਨੂੰ ਇੱਕ ਇੱਕ ਦਾ ਪਤਾ ਕੀ ਕਰਨਗੇ। ਪਰ
ਜਿਹੜੇ ਬੰਦਿਆਂ ਨੂੰ ਵੀ ਇਹ ਮੇਰੇ ਤੇ ਹਮਲਾ ਕਰਨ ਲਈ ਕਰਨਗੇ, ਮੈਨੂੰ ਪੂਰਾ ਵਿਸ਼ਵਾਸ ਹੈ ਉਹ ਬੰਦੇ ਵੀ ਮੇਰੇ ਤੇ ਹਮਲਾ ਨਹੀਂ ਕਰਨਗੇ। ਟਾਂਡਾ ਸਾਹਿਬ, ਉਸ ਔਰਤ ਦੀ ਤੁਸੀਂ ਗੱਲ ਕੀਤੀ ਹੈ, ਉਹਨਾਂ ਦਾ ਇਲਜ਼ਾਮ ਪਹਿਲਾਂ ਵੀ ਸੀਗਾ, ਹੁਣ ਵੀ ਪ੍ਰੈਸ ਵਾਰਤਾ ਦੇ ਵਿੱਚ ਸਨੀ ਕੈਂਥ ਉਹਨਾਂ ਨੇ ਕਿਹਾ ਕਿ ਜਿਹੜੀ ਉਹ ਔਰਤ ਹੈ ਉਹ ਫਰਜ਼ੀ ਤੌਰ ਤੇ ਬਿਠਾਈ ਗਈ ਆ, ਪਿੱਛੋਂ ਕੌਣ ਫੰਡਿੰਗ ਕਰਦੇ ਆ, ਉਹਦੇ ਬੈਂਕ ਅਕਾਊਂਟ 'ਚ ਕਿੰਨੇ ਪੈਸੇ ਪਾ ਰਹੇ ਆ, ਕੌਣ ਪਾ ਰਿਹਾ, ਉਹ ਵੀ ਜਲਦ ਖੁਲਾਸਾ ਕਰਾਂਗੇ। ਉਸ ਔਰਤ ਨੂੰ ਘਰੋਂ ਕਿਹੜੀ ਗੱਡੀ ਲੈਣ ਆਉਂਦੀ ਹੈ, ਕੌਣ ਡਰਾਈਵਰ ਆਉਂਦਾ, ਕਿਹਦੀ ਗੱਡੀ ਆਉਂਦੀ ਹੈ, ਉਹ ਵੀ ਜਲਦ ਖੁਲਾਸਾ ਕਰਾਂਗੇ। ਉਹਦਾ ਇਸ਼ਾਰਾ ਜਿਹੜਾ ਹੈਗਾ ਕਰਨ, ਇਹਨਾਂ ਨੇ ਖੁਲਾਸੇ ਕਰਨੇ ਆ, ਕਰਨ। ਮੈਨੂੰ ਇੱਕ ਗੱਲ ਦੱਸਣ, ਮੈਨੂੰ ਬਹੁਤ ਬੜਾ ਲਾਂਭਾ ਹੈ ਐਡਮਿਨਿਸਟ੍ਰੇਸ਼ਨ ਤੇ। ਸੁਪਰੀਮ ਕੋਰਟ ਤੋਂ ਉੱਤੇ ਕੋਈ ਹੈ? 5 ਜੱਜ ਸੁਪਰੀਮ ਕੋਰਟ ਦੇ ਇੱਕ ਲੰਬੀ ਚੌੜੀ ਜਜਮੈਂਟ ਦਿੰਦੇ ਹੈ। ਉਹ ਕਹਿੰਦੇ ਹੈ ਕਿ ਔਰਤਾਂ ਦੇ ਉੱਤੇ ਜੇ ਕਿਸੇ ਕਿਸਮ ਦਾ ਕੋਈ ਕੇਸ ਹੁੰਦਾ ਹੈ, ਉਸ ਕੇਸ ਤੇ ਪੁਲਿਸ ਦਾ ਧਰਮ ਬਣਦਾ ਹੈ ਕਿ ਕੰਪਲੇਂਟ ਨੂੰ ਇੱਕਦਮ FIR 'ਚ ਕਨਵਰਟ ਕਰਨ, ਜਿੰਨਾ ਐਵੀਡੈਂਸ ਹੈ ਉਹਨੂੰ ਮਹਿਫੂਜ਼ ਕਰਨ, ਉਹਦਾ ਮੈਡੀਕਲ ਕਰਾਉਣ, ਉਹਦੇ 164 ਦੇ ਬਿਆਨ ਕਰਾਉਣ। ਤੇ ਸੱਚੀ ਹੈ ਝੂਠੀ ਹੈ ਇਹ ਬਾਅਦ ਦੀ ਗੱਲ ਹੈ, ਕਿਉਂਕਿ ਕਿਸੇ ਪੁਲਿਸ ਨੂੰ ਲੋੜ ਨਹੀਂ ਹੈ ਕਿ ਜੇ ਕੰਪਲੇਂਟ ਹੁੰਦੀ ਹੈ, FIR ਹੁੰਦੀ ਹੈ, ਇੱਕਦਮ ਮੁਲਜ਼ਮ ਨੂੰ ਤੁਸੀਂ ਫੜਨਾ ਹੈ। ਜੇ ਸੱਚਾਈ ਆਉਂਦੀ ਹੈ ਕਰਨ, ਤੇ ਕਿਉਂ ਨਹੀਂ ਕਰਦੀ? ਮੇਰਾ ਤਾਂ ਲਾਂਭਾ ਹੈ ਪੁਲਿਸ ਇਨਵੈਸਟੀਗੇਸ਼ਨ ਕਰੇ। ਉਸ ਲੇਡੀ ਦੇ ਬਿਆਨਾਂ ਦੇ ਵਿੱਚ ਤੁਹਾਨੂੰ ਤੱਥ ਦੇ ਵਿੱਚ ਕਮੀ ਲੱਗਦੀ ਹੈ, ਝੂਠੀ ਲੱਗਦੀ ਹੈ, ਰਿਪੋਰਟ ਦਿਓ, ਇਹ ਜੀ ਫਾਈਨਲ ਰਿਪੋਰਟ ਦਿਓ, ਚਲਾਨ ਦਿਓ ਕਿ ਔਰਤ ਇਸ ਵੱਲੋਂ ਝੂਠਾ ਹੈ। ਜੇ ਸੱਚਾ ਹੈ ਤਾਂ ਕਿਉਂ ਤੜਫੇ? ਮੈਂ ਕਮਿਸ਼ਨਰ ਨੂੰ ਵੀ ਕਿਹਾ ਸੀ ਕਿ ਤੁਸੀਂ ਤਾਂ ਇਹਨੂੰ 99% ਝੂਠਾ ਸਮਝਦੇ ਹੋ ਕਿਉਂਕਿ ਤੁਸੀਂ ਪੋਲੀਟੀਕਲ ਦਬਾਅ ਹੇਠਾਂ। ਤੁਸੀਂ ਇਹ ਮਹਿਸੂਸ ਕਰੋ ਜੇ 1% ਇਹ ਸੱਚਾ ਹੈ, ਤੁਸੀਂ ਕਿੱਡਾ ਵੱਡਾ ਗੁਨਾਹ ਕੀਤਾ, ਬੱਜਰ ਗੁਨਾਹ ਹੈ, ਅਨਪਾਰਡਨੇਬਲ ਹੈ। ਐਂਡ ਇਹ ਕੇਸ ਅਲਟੀਮੇਟਲੀ ਸੁਪਰੀਮ ਕੋਰਟ ਤੱਕ ਜਾਣਾ ਹੀ ਜਾਣਾ, ਇਹਨਾਂ ਨੇ ਨਹੀਂ ਹਟਣਾ, ਜਾਣਾ ਹੈ। ਇਹਦੇ ਵਿੱਚ ਇਹੋ ਜਿਹੇ ਵੱਡੇ ਆਰਡਰ ਆਉਣਗੇ, ਇਹ ਕਈ ਪੁਲਿਸ ਵਾਲਿਆਂ ਨੂੰ ਆਪਣੀ ਨੌਕਰੀ ਤੋਂ ਹੱਥ ਧੋਣੇ ਪੈਣੇ ਆ। ਇਹ ਇੱਕ ਮੈਂ ਹੋਰ ਕੰਪਲੇਂਟ ਕੀਤੀ ਹੋਈ ਹੈ, ਉਹ ਕੰਪਲੇਂਟ ਕੀਤੀ ਹੈ 166 ਹੈ, IPC 166, ਇਹ ਨਵਾਂ ਅਮੈਂਡਮੈਂਟ ਕੀਤੀ ਹੈ, ਜਿਹਦੇ 'ਚ ਇਹ ਕੀਤਾ ਹੈ ਕਿ ਜੇ ਔਰਤ ਦੇ ਅਗੇਂਸਟ ਓਫੈਂਸ ਹੈ ਜਿਹੜੇ, ਉਹਦੀ ਕੰਪਲੇਂਟ ਤੇ ਜਿਹੜਾ ਪੁਲਿਸ ਕਰਮੀ FIR ਨਹੀਂ ਕਰਦਾ, ਉਹਦੇ ਤੇ ਕੇਸ ਰਜਿਸਟਰ ਕੀਤਾ ਜਾਵੇ ਤੇ 6 ਮਹੀਨੇ ਤੋਂ ਲੈ ਕੇ 2 ਸਾਲ ਤੱਕ ਦੀ ਸਜ਼ਾ ਹੈ। ਉਹ ਮੈਜਿਸਟ੍ਰੇਟ ਸਾਹਿਬ ਸਾਡੇ ਕੋਲ ਪੈਂਡਿੰਗ ਹੈ। ਪਹਿਲੇ ਇੱਕ ਮੈਜਿਸਟ੍ਰੇਟ ਸਾਹਿਬ ਸੀ, ਉਹ 2 ਤਰੀਕਾਂ ਪਾ ਗਏ, ਉਹਨਾਂ ਦਾ ਤਬਾਦਲਾ ਹੋ ਗਿਆ, ਉਹ ਛੱਡ ਗਏ। ਹੁਣ ਨਵੇਂ ਮੈਜਿਸਟ੍ਰੇਟ ਸਾਹਿਬ ਆਏ ਆ, ਇਹਨਾਂ ਨੇ ਬਹਿਸ ਸੁਣ ਲਈ, ਇਹ ਵੀ ਤਰੀਕਾਂ ਪਾਈ ਜਾਂਦੇ ਆ। ਮੈਂ ਕੱਲ੍ਹ ਲੜਿਆ ਕੋਰਟ ਨਾਲ, ਮੈਂ ਕਿਹਾ ਤੁਹਾਡੇ ਕੋਲ ਹੱਕ ਨਹੀਂ ਹੈ ਕਿ ਤਰੀਕਾਂ ਪਾਓ, ਇਹੋ ਜਿਹੇ ਕੇਸਾਂ 'ਚ ਸੰਜੀਦਗੀ ਦਿਖਾਓ, ਸੈਂਸਿਟਿਵਿਟੀ ਦਿਖਾਓ। ਤੁਹਾਨੂੰ ਤੁਹਾਡਾ ਧਰਮ ਬਣਦਾ ਹੈ। ਜਦ ਸੁਪਰੀਮ ਕੋਰਟ ਦੀ ਇੱਕ ਜਜਮੈਂਟ ਹੋਰ ਹੈ ਕੌਂਸਟੀਟਿਊਸ਼ਨ ਬੈਂਚ, ਮੈਂ ਉਹ ਵੀ ਜੱਜ ਸਾਹਿਬ ਨੂੰ ਦਿੱਤੀ, ਜਿੱਥੇ ਸੁਪਰੀਮ ਕੋਰਟ ਨੇ ਆਪਣੇ ਆਪ ਮਸਲਾ ਲਿਆ, ਪੂਰੇ ਮੁਲਕ ਦੇ ਕੇਸ ਮੰਗਾਏ, ਪੂਰੇ ਮੁਲਕ ਦੇ, ਕਿ ਕਿੰਨੇ ਕੇਸ ਔਰਤਾਂ ਦੇ FIR ਬਿਨਾਂ ਪੈਂਡਿੰਗ ਪਏ ਹੈ, ਐਂਡ ਜਿਹਦੇ ਤੇ ਨਹੀਂ ਉਹਦੇ ਤੇ ਐਕਸ਼ਨ ਲੈਣ ਦਾ ਆਰਡਰ ਕੀਤਾ ਹੈ। ਐਂਡ ਇਹ ਵੀ ਕੀਤਾ ਹੈ ਕਿ ਜਿੰਨੇ MLA ਹੈ, MP ਹੈ, ਚਾਹੇ ਐਕਸ ਹੈ, ਉਹਨਾਂ ਦੇ ਡੇ ਟੂ ਡੇ ਕੇਸ ਚੱਲੇ ਤੇ CGM ਦੇ ਚੱਲੇ। ਮਤਲਬ ਕੋਰਟਸ ਤਾਂ ਇੰਨੀਆਂ ਸੀਰੀਅਸ ਹੈ ਕਿ ਇਹ ਜਿਹੜੇ MP MLA ਬਣ ਜਾਂਦੇ ਆ, ਕਾਨੂੰਨ ਤੋਂ ਉੱਤੇ ਸਮਝਣ ਲੱਗ ਜਾਂਦੇ ਆ, ਇਹ ਕਾਨੂੰਨ ਨੂੰ ਲਤਾੜਦੇ ਆ। ਹੁਣ ਆ ਸ਼ਰੇਆਮ ਕਾਨੂੰਨ ਨੂੰ ਲਤਾੜਿਆ ਨਹੀਂ ਜਾ ਰਿਹਾ, ਜਿਹਦੇ 'ਚ ਆਸ਼ੂ ਜੀ ਵੀ ਇਨਵੋਲਡ ਹੈ ਤੇ ਕੈਪਟਨ ਰਮਿੰਦਰ ਸਿੰਘ ਜੀ ਵੀ ਇਨਵੋਲਡ ਹੈ। ਐਂਡ ਇਹ ਮੇਰੇ ਤੇ FIR ਕਰਕੇ ਕਿ ਇਹ ਕੀ ਸੋਚਦੇ ਆ ਕਿ ਇਹਦੇ ਨਾਲ ਇਹਨਾਂ ਦਾ ਜਿਹੜਾ ਐਲੀਗੇਸ਼ਨ ਖਤਮ ਹੋ ਜੂ, ਇਹ ਸੋਚਦੇ ਮੈਂ ਜਾਣਾ ਬੰਦ ਕਰ ਦੂੰ, ਮੈਂ ਉਹਦੀ ਮਦਦ ਕਰਨੀ ਬੰਦ। ਮੈਂ ਉਹਦੀ ਮਦਦ ਕਰਦਾ, ਠੋਕ ਕੇ ਕਰਦਾ, ਉਹਦੀ ਅਦਾਲਤ 'ਚ ਵੀ ਕਰਦਾ। ਜੇ ਉਹਨੂੰ ਕਿਤੇ ਪਰੇਸ਼ਾਨੀ ਵੀ ਹੋਈ, ਉਹਦੀ ਆਰਥਿਕ ਵੀ ਮਦਦ ਕਰੂੰਗਾ, ਕਿਉਂ ਨਹੀਂ ਕਰੂੰਗਾ। ਮੈਂ ਅੱਜ ਤੱਕ ਨਹੀਂ ਕੀਤੀ, ਅੱਜ ਤੱਕ ਉਹਨੇ 1 ਟਕਾ ਮੇਰੇ ਤੋਂ ਨਹੀਂ ਮੰਗਿਆ। ਜੇ ਕਿਤੇ ਉਹ ਹੋਊ ਮੈਂ ਉਹ ਵੀ ਕਰੂੰ। ਇਹਦੇ 'ਚ ਕੀ ਹਰਜ ਕੀ ਹੈ? ਕਿਆ ਇੱਕ ਵਿਕਟਮ ਨੂੰ ਇਸ ਮੁਲਕ ਦੇ ਵਿੱਚ ਕੋਈ ਮਦਦ ਨਹੀਂ ਕਰੂਗਾ? ਇੱਕ ਨਿਰਭਇਆ ਦਾ ਕੇਸ ਹੋ ਜਾਂਦਾ ਹੈ, ਇਹ ਨਾਅਰੇ ਲੱਗਦੇ ਹੈ। ਇਹ ਸਿਮਰਜੀਤ ਸਿੰਘ ਬੈਂਸ ਜੀ ਉੱਥੇ ਜਾ ਕੇ ਧਰਨਾ ਦਿੱਤਾ ਸੀ ਇਹਨਾਂ ਨੇ ਜਲੰਧਰ, ਢਿੱਲੋਂ DSP ਦੇ ਖਿਲਾਫ, ਸੇਮ ਡੇ ਉਹਦੇ ਤੇ FIR ਹੋਈ ਸੀ। ਉਸ 'ਚ ਇਹਦੇ 'ਚ ਫਰਕ ਕੀ ਹੈ? ਵਾਟ ਇਜ਼ ਦ ਡਿਫਰੈਂਸ? ਉਹ ਕਿਹੜੇ ਇਹਨਾਂ ਕੋਲ ਪੁਖਤਾ ਸਬੂਤ ਸੀ ਜਿਹਦੇ ਬੇਸ ਤੇ ਕਰਤਾ ਸੀ? ਇੱਕੋ ਪੁਖਤਾ ਸਬੂਤ ਸੀ ਕਿ ਉਹ DSP ਨੇ ਚਿੱਟੇ ਵਾਲੇ ਫੜੇ ਸੀ ਤੇ ਚਿੱਟੇ ਵਾਲਿਆਂ ਨੂੰ ਇੱਕ MLA ਕਾਂਗਰਸ ਦਾ ਛੁਡਾਉਣਾ ਚਾਹੁੰਦਾ ਸੀ, ਉਹਨੇ ਛੱਡਿਆ ਨਹੀਂ। ਉਸ MLA ਨੇ ਬੈਂਸ ਨੂੰ ਵਰਤ ਕੇ ਆ ਕਾਰਾ ਉਹਦੇ ਤੇ DSP ਦੇ ਕਰਾਇਆ ਤੇ ਉਹ ਬਰੀ ਹੋਇਆ। ਇਹ ਸੋਟਾ ਆਪਣੇ ਮਿੰਜੇ ਨੀਚੇ ਮਾਰਨ, ਇਹਨਾਂ ਨੂੰ ਫੇਰ ਪਤਾ ਲੱਗੂ। ਦੇਖੋ, ਕਾਨੂੰਨ ਸਭ ਲਈ ਇੱਕ ਹੈ, ਹਰੇਕ ਲਈ ਇੱਕ ਹੈ। ਮੇਰੇ ਤੇ ਕਿੰਨੇ ਇਲਜ਼ਾਮ ਲਾਉਣ ਦੀ ਕੋਸ਼ਿਸ਼ ਕਰਦੇ ਆ,
ਹਲੇ ਹੋਰ ਲਾਣਗੇ। ਇੱਕ ਇਲਜ਼ਾਮ ਉਹਨਾਂ ਦਾ ਹੋਰ ਹੈ ਕਿ ਸੁਪਰੀਮ ਕੋਰਟ ਤੱਕ ਵੀ ਉਹ ਬੰਦਾ ਗਿਆ ਤੇ ਮੈਂ ਗੱਲ ਕਰ ਰਿਹਾ ਵਿਨੇ ਮੜੀਆ ਦੀ, ਸੁਪਰੀਮ ਕੋਰਟ ਤੋਂ ਵੀ ਉਹ ਜਿੱਤ ਚੁੱਕਿਆ। 1 ਕਰੋੜ ਸਮਥਿੰਗ ਦਾ ਤੇਲ ਔਰ ਕੋਈ ਗਰੀਸ ਦਾ ਕੋਈ ਮਾਮਲਾ ਜਿਹੜਾ ਕਿ ਤੁਸੀਂ 60 ਲੱਖ ਦੇ ਵਿੱਚ ਛੱਡ, ਪਹਿਲੀ ਗੱਲ ਤਾਂ ਉਹਦੇ 'ਚ ਮੇਰਾ ਕੋਈ ਤਾਲੁਕ ਨਹੀਂ ਹੈ, ਇਹ ਵੀ ਦੱਸ ਦੇਵਾਂ। ਉਹ ਮੈਂ ਵਕੀਲ ਸੀ ਉਸ ਕੇਸ 'ਚ, ਮੈਂ ਬੇਲ ਵੀ ਲਾਈ ਸੀ ਉਸ ਕੇਸ 'ਚ। ਇੱਕ ਬੰਦਾ ਇੰਪੋਰਟ ਕਰ ਲੈਂਦਾ 20 ਕੰਟੇਨਰ, ਕਸਟਮ ਉਹਨੂੰ ਫੜ ਲੈਂਦੀ ਹੈ, ਕਸਟਮ ਉਹਨੂੰ ਕਹਿੰਦੀ ਹੈ ਤੂੰ ਅੰਡਰ ਡਿਸਕਲੋਜ਼ ਕਰਕੇ ਤੂੰ ਡਿਊਟੀ ਉਲੰਘਣਾ ਕੀਤੀ ਹੈ। ਅਤੇ ਜਿਹੜਾ ਕੰਟੇਨਰ ਫਰੇਟ ਸਟੇਸ਼ਨ ਵਾਲਾ ਹੈ ਜਿੱਥੇ CFS 'ਤੇ ਮਾਲ ਉਤਰਿਆ, ਉਹ ਉਹਨੂੰ ਚਿੱਠੀ ਲਿਖਦੇ ਆ ਕਿ ਭਾਈ ਇਹ ਤੇਰਾ ਕਸਟਮ ਨੇ ਮਾਲ ਰੋਕ ਲਿਆ, ਇੱਥੋਂ ਚੱਕ ਕੇ ਲੈ ਜਾ, ਨਹੀਂ ਤਾਂ ਤੇਰੇ 'ਤੇ ਪੈਨਲਟੀਜ਼ ਪੈਣਗੀਆਂ, ਡਿਟੈਂਸ਼ਨ ਚਾਰਜਸ ਕਹਿੰਦੇ ਆ। ਅਤੇ ਡਿਟੈਂਸ਼ਨ ਚਾਰਜਸ ਜਿਹੜੇ ਹੈ ਉਹ ਐਂ ਪੈਂਦੇ ਆ, ਅੱਜ ਰੁਪਈਆ, ਕੱਲ੍ਹ ਸਵਾ ਰੁਪਈਆ, ਫਿਰ 1.5 ਰੁਪਇਆ, ਫਿਰ 2 ਵੱਧਦੇ ਚਲੇ ਜਾਂਦੇ ਆ, ਕਿਉਂਕਿ ਜਿਹੜਾ CFS ਹੈ ਉਹ ਰੇਲਵੇ ਸਟੇਸ਼ਨ ਵਾਲਾ ਕੰਮ ਹੈ। ਜੇ ਮਾਲ ਸਾਰਾ ਰੇਲਵੇ ਸਟੇਸ਼ਨ 'ਤੇ ਰੱਖ ਲਈਏ, ਸਟੇਸ਼ਨ ਹੀ ਨਹੀਂ ਚੱਲੂਗਾ। ਮਕਸਦ ਇਹ ਹੁੰਦਾ ਹੈ, ਉਹਦੇ ਜਿਹੜੇ ਰੇਟਸ ਆ ਉਹ ਪ੍ਰਸਕ੍ਰਾਈਬਡ ਹੁੰਦੇ ਆ। ਹੁਣ 10 ਸਾਲ ਬੰਦਾ ਮਾਲ ਨਾ ਚੱਕੇ, 10 ਸਾਲ ਬਾਅਦ ਉਹ ਕਸਟਮ ਤੋਂ ਜਿੱਤ ਜਾਵੇ ਕੇਸ, ਜਿੱਤ ਲਿਆ ਉਹਨੇ ਕਿ ਜੀ ਮੇਰੇ 'ਤੇ ਡਿਊਟੀ ਨਹੀਂ ਲੱਗਦੀ, ਉਹ ਮਾਲ ਲੈਣ ਜਾਵੇ ਅਤੇ ਜਿਹੜਾ ਵੇਅਰ ਹਾਊਸ ਵਾਲਾ ਉਹ ਕਹਿੰਦਾ ਮਹਾਰਾਜ ਜਿਹੜਾ ਮੈਂ 10 ਸਾਲ ਮਾਲ ਰੱਖਿਆ ਮੈਨੂੰ ਆ ਕਿਰਾਇਆ ਦੇ ਦਿਓ ਅਤੇ ਮਾਲ ਲੈ ਜਾਓ, ਅਤੇ ਉਹ ਚੱਕੇ ਨਾ, ਉਹਨੂੰ ਚਿੱਠੀ 'ਤੇ ਚਿੱਠੀ, ਫਿਰ ਉਹਨੂੰ ਕਹੋ ਭਾਈ ਅਸੀਂ ਔਕਸ਼ਨ ਕਰ ਦਾਂਗੇ, ਇਦੋਂ ਵੱਧ ਨਹੀਂ ਰੱਖ ਸਕਦੇ। ਉਹਨਾਂ ਨੇ ਅਖਬਾਰਾਂ 'ਚ ਕਢਾ ਕੇ ਟੈਂਡਰ ਲੈ ਕੇ ਔਕਸ਼ਨ ਕਰਤਾ। ਇਹਦੇ 'ਚ ਕੀ ਮਾੜੀ ਚੀਜ਼ ਹੈ, ਕਿਉਂ ਨਹੀਂ ਚੱਕਦਾ? ਇਹ ਵੀ ਠੀਕ ਹੈ, ਮੈਨੂੰ ਬੜੀਆਂ ਗੱਲਾਂ ਪਤਾ, ਮੈਂ ਉਹ ਕਮੈਂਟ ਨਹੀਂ ਕਰਨਾ ਚਾਹੁੰਦਾ, ਮੈਂ ਕੋਈ ਪਰਸਨਲ ਲੜਾਈ 'ਚ ਨਹੀਂ ਜਾਣਾ ਚਾਹੁੰਦਾ। ਉਹ ਜਿਹੜੇ ਮੜੀਆ ਸਾਹਿਬ ਹੈ ਨਾ, ਉਹ ਮੈਂ ਬਹੁਤ ਚੰਗੀ ਤਰ੍ਹਾਂ ਜਾਣਦਾ, ਮੈਂ ਉਹਨਾਂ ਦੇ ਕੇਸ ਵੀ ਕੀਤੇ, ਉਹ ਮੇਰੇ ਕਲਾਇੰਟ ਵੀ ਰਹੇ ਹੈ, ਮੇਰੀ ਬੜੀ ਨੇੜਤਾ ਵਾਲੇ ਬੰਦੇ ਆ ਉਹ, ਪਰ ਉਹ ਆਪ ਇਸ ਕੇਸ 'ਚ ਇੰਪੋਰਟਰ ਨਹੀਂ ਹੈ, ਇਹ ਬੇਨਾਮੀ ਹੈ। ਐਂਡ ਅੱਜ ਤੱਕ ਮੈਂ ਉਹਨਾਂ 'ਤੇ ਅਟੈਕ ਨਹੀਂ ਕੀਤਾ, ਉਹਨਾਂ ਨੇ ਹਲੇ ਬੜੇ ਅਟੈਕ ਕੀਤੇ ਹੈ, ਬੜਾ ਬੋਲਣ ਦੀ, ਇਹਨਾਂ ਕੋਲ ਵੀ ਜਾ ਕੇ ਕਰ ਲੈਣਗੇ। ਇਹਨਾਂ ਜਿਹੜੇ ਨਾ ਇਸ ਕਿਸਮ ਦੇ ਕੁਝ ਹਮਲਿਆਂ ਨਾਲ ਕਿਸੇ ਦਾ ਕੁਝ ਨਹੀਂ ਹੁੰਦਾ, ਕੋਈ ਪ੍ਰੋਬਲਮ ਨਹੀਂ ਇਹਦੇ ਨਾਲ। ਇੱਕ ਬੰਦੇ ਨੇ 4 ਕਰੋੜ ਲੈਣਾ ਹੈ ਅਤੇ ਉਹ 60 ਲੱਖ ਨਹੀਂ 80 ਲੱਖ ਦਾ ਵੇਚ ਕੇ ਰੱਖਿਆ ਹੋਇਆ, ਓਨ ਕੀਤਾ, ਕਹਿੰਦਾ ਰੱਖਿਆ ਸੀ। ਗੁਰਸੇਵਕ ਸਿੰਘ ਨਿੱਜਰ ਹੈ, ਉਹ ਕਹਿੰਦਾ ਓਵਰਸੀਜ਼ ਵੇਅਰ ਹਾਊਸਿੰਗ ਦੇ, ਉਹ ਕਹਿੰਦੇ ਮੈਂ ਰੱਖਿਆ, ਲੜ ਰਿਹਾ ਹੋ ਕੇਸ, ਕਰ ਲੈਣ। ਇਹਨਾਂ ਨੇ ਕੰਪਲੇਂਟ ਦਵਾਤੀ ਸੀਗੀ, ਕੰਪਲੇਂਟ ਦੇ ਵਿੱਚ ਵੀ ਇਹ ਹੋਇਆ ਕਿ ਨਹੀਂ ਇਹਨਾਂ ਦਾ ਰਾਈਟ ਹੈ ਕਰਨ ਦਾ, ਉਹ ਕੰਪਲੇਂਟ ਦਾਖਲ ਦਫ਼ਤਰ ਕਰ ਦਿੱਤੀ ਪੁਲਿਸ ਨੇ। ਅਤੇ ਇਹ ਗੱਲਾਂ ਅਲੱਗ ਹੈ, ਇਹ ਮੈਂ ਭੈੜਾ ਹੈ, ਮੈਂ ਮਾੜਾ ਹੈ, ਮੈਂ ਕੁਝ ਹੈ, ਮੈਂ ਤੌਲੀਆ ਚੋਰ ਹੈ, ਮੈਂ ਜੁੱਤੀ ਚੋਰ ਹੈ, ਮੈਂ ਰੇਪਿਸਟ ਹੈ, ਫੋਰਗੇਟ ਇਟ, ਮਾੜਾ ਹੈ ਮੈਂ। ਬੈਂਸ ਸਾਹਿਬ ਤੁਹਾਡੇ 'ਤੇ ਜਿਹੜੀ ਕੰਪਲੇਂਟ ਹੈ ਉਹਦਾ ਜਵਾਬ ਤੁਸੀਂ ਦੇਣਾ ਹੈ, ਉਹ ਇਹਦੇ ਨਾਲ ਢਕਿਆ ਨਹੀਂ ਜਾਣਾ। ਉਹਨੂੰ ਢਕਣ ਦੀ ਕੋਸ਼ਿਸ਼ ਕਰਾਂ, ਮੇਰੇ 'ਤੇ ਹਮਲਾ ਕਰਨ ਦੀ। ਦੇਖੋ ਬੀਬੀ ਮਨੂਕੇ 'ਤੇ ਕੀਤਾ ਇਹਨਾਂ ਨੇ ਹਮਲਾ, ਉਹ ਚੁੱਪ ਕਰ ਗਈ, ਹੁਣ ਬੀਬੀ ਮਨੂਕੇ ਚੰਗੀ ਹੋ ਗਈ ਇਹਨਾਂ ਲਈ, ਠੀਕ ਹੈ ਨਾ। ਇਹ ਹਰੇਕ 'ਤੇ ਕਰਦੇ ਆ ਹਮਲਾ। ਇਹ ਕੈਪਟਨ ਸਾਹਿਬ ਨੂੰ ਕਿੰਨੀ ਮਾੜੀ ਭਾਸ਼ਾ ਬੋਲ ਕੇ ਐਡਰੈਸ ਕਰਦੇ ਸੀ, ਸਾਡੇ ਮੁੱਖ ਮੰਤਰੀ ਆ ਉਹ, ਮੈਂ ਵੀ ਉਹਨਾਂ ਦੇ ਉਲਟ ਬੋਲਦਾ, ਮੈਨੂੰ ਵੀ ਨਾਰਾਜ਼ਗੀ ਹੁੰਦੀ ਹੈ ਉਹਨਾਂ ਨਾਲ, ਪਰ ਇਹ ਮਤਲਬ ਨਹੀਂ ਹੈ ਕਿ ਮੈਂ ਉਹਨਾਂ ਨਾਲ ਅਸਭਿਆ ਭਾਸ਼ਾ ਇਸਤੇਮਾਲ ਕਰਾਂ। ਇਹ ਸਭਿਆ ਭਾਸ਼ਾ ਬੋਲਦੇ ਸੀ, ਅਸੈਂਬਲੀ 'ਚ ਬੋਲਦੇ ਸੀ, ਇਹ ਹਰ MLA ਦੇ ਖਿਲਾਫ ਸਭਿਆ ਭਾਸ਼ਾ ਬੋਲਦੇ ਸੀ। ਅਤੇ ਮੈਨੂੰ ਖੁਸ਼ੀ ਹੈ ਕਿ ਜਿੱਦਾਂ ਦਾ ਮੈਂ ਬੀੜਾ ਚੱਕਿਆ, ਇਹ ਦੋਨੇ ਭਰਾ ਅਸੈਂਬਲੀ 'ਚ ਐਨ ਸੀਟ 'ਤੇ ਤੱਕਲੇ ਵਾਂਗੂ ਸਿੱਧੇ ਹੋਏ ਬੈਠੇ ਰਹੇ ਹੈ, ਇੱਕ ਅੱਖਰ ਨਹੀਂ ਬੋਲਦੇ, ਰੋਜ਼ ਲਾਈਵ ਹੁੰਦੇ ਸੀ, ਹੁਣ ਲਾਈਵ। ਇਹ ਦੇਖੋ ਤੁਹਾਡੇ 'ਤੇ ਇਲਜ਼ਾਮ ਲੱਗਿਆ, ਉਹਦਾ ਜਵਾਬ ਦੇਣਾ ਪੈਣਾ। ਮੇਰੇ 'ਤੇ ਲੱਗਿਆ ਨਾ ਇਲਜ਼ਾਮ, ਮੇਰੇ 'ਤੇ FIR ਕੀਤੀ, ਮੈਂ ਜਵਾਬ ਦੇ ਰਿਹਾ, ਮੈਂ ਕੁਐਸਚਨ ਪਾਤੀ, ਮੈਂ ਲੜੂੰਗਾ ਅਤੇ ਮੈਂ ਉਹਨਾਂ ਨੂੰ ਵੀ ਛੱਡੂੰਗਾ। ਮੈਂ ਦੱਸਦਾ ਕਿ ਜਿਹੜਾ ਨੇ ਮੇਰੇ 'ਤੇ ਹਮਲਾ ਆਸ਼ੂ ਦੇ ਕਹੇ 'ਤੇ ਕੀਤਾ, ਮੈਂ ਬਖਸ਼ੂੰਗਾ ਨਹੀਂ। ਇਹ ਸਨੀ ਕੈਂਥ ਨੇ ਮੇਰੇ 'ਤੇ ਝੂਠਾ ਇਲਜ਼ਾਮ ਲਾਇਆ ਸੀ, ਇਹਦੀ ਸਮਨਿੰਗ ਹੋ ਗਈ, ਇਹਨੂੰ ਸਜ਼ਾ ਕਰਾ ਕੇ ਦਿਖਾਉਂ। ਇਹ ਇੰਨਾ ਸੌਖਾ ਨਹੀਂ ਹੈ। ਦੇਖੋ ਹਿੰਦੁਸਤਾਨ ਦੀ ਪ੍ਰੋਬਲਮ ਕੀ ਹੈ, ਸਾਡੇ ਵਿੱਚ ਅਵਮਾਨਨਾ, ਡਿਫੇਮੇਸ਼ਨ ਅਤੇ ਪਰਜਰੀ, ਝੂਠੇ ਬਿਆਨ ਦੇਣੇ ਅਦਾਲਤ 'ਚ, ਇਹਨੂੰ ਬੜਾ ਸਹਿਬੇ ਲੋਕੀ ਦੇ ਜਾਂਦੇ ਆ, ਹਲਫ ਚੱਕ ਕੇ ਝੂਠ ਬੋਲ ਜਾਂਦੇ ਆ, ਕਿਉਂਕਿ ਸਾਡੀਆਂ ਅਦਾਲਤਾਂ ਇਹਨੂੰ ਸੀਰੀਅਸਲੀ ਨਹੀਂ ਲੈਂਦੀਆਂ ਅਤੇ ਲੋਕੀ ਲੜਨ ਨਹੀਂ ਜਾਂਦੇ। ਹੁਣ ਬਿਕਰਮ ਮਜੀਠੀਆ ਜੀ 'ਤੇ ਇਲਜ਼ਾਮ ਲਾਏ ਨਾ ਕੇਜਰੀਵਾਲ ਨੇ, ਫਿਰ ਕਿਵੇਂ ਭੱਜਿਆ, ਹੁਣ ਉਹ ਕਿਵੇਂ ਡਿਲੇ ਕਰ ਰਿਹਾ ਸੰਜੇ ਸਿੰਘ। ਇਲਜ਼ਾਮ ਲਗਾ ਦੇਣਾ ਕਿਸੇ 'ਤੇ ਬਹੁਤ ਸੌਖਾ ਹੈ, ਪਰ ਇਲਜ਼ਾਮ ਨੂੰ ਸਾਬਤ ਕਰਨਾ ਪੈਂਦਾ ਹੈ। ਤੁਸੀਂ ਦੇਖੋ ਇਹ ਜਿਹੜੀ ਰੈਪੂਟੇਸ਼ਨ ਹੈ ਨਾ ਬੰਦੇ ਦੀ, ਇਹ ਰੈਪੂਟੇਸ਼ਨ ਬੰਦੇ ਦੀ ਕਮਾਈ ਹੁੰਦੀ ਹੈ। ਇਹ ਇੱਕ ਬੜੀ
ਪ੍ਰੈਸ਼ੀਅਸ ਪ੍ਰੋਪਰਟੀ ਹੁੰਦੀ ਹੈ ਇਨਸਾਨ ਦੀ ਰੈਪੂਟੇਸ਼ਨ। ਤੁਸੀਂ ਇੰਨੇ ਸਹਿਬੇ ਬੋਲ ਕੇ ਬੰਦੇ ਨੂੰ ਰੇਪਿਸਟ ਕਹਿ ਦਿਓ, ਇਹਦੇ ਕਿਸੇ ਵਕੀਲ ਦੀ ਘਰਵਾਲੀ ਨਾਲ ਤਾਲੁਕ ਇਹੋ ਜਿਹੇ ਇਲਜ਼ਾਮ ਲਾ ਦਿਓ। ਅੱਜ ਉਹ ਪਿੱਛੇ ਲੈ ਕੇ ਖੜੇ ਸੀ ਤੌਲੀਆ ਚੋਰ, ਉਹਦਾ ਮਕਸਦ ਕੀ ਸੀ? ਕਿ ਉਹਦਾ ਮਕਸਦ ਟਰਾਈਡੈਂਟ ਵਾਲਿਆਂ ਦੀ ਮਦਦ ਕਰਨਾ ਸੀ? ਕਿਆ ਉਹਨਾਂ ਦਾ ਇਹਨਾਂ ਨੂੰ ਸਾਰਾ ਪਤਾ ਹੈ, ਇਹਨਾਂ ਨੂੰ ਪਤਾ ਹੈ ਕਿ ਇਹ ਲੁੱਟਿਆ ਗਿਆ ਮਾਲ ਹੈ, ਇਹਨਾਂ ਨੂੰ ਪਤਾ ਹੈ FIR ਹੋ ਚੁੱਕੀ, ਉਹਦੇ ਵਿੱਚ ਲਿਖਿਆ ਹੋਇਆ ਹੈ, ਇਹਨਾਂ ਨੂੰ ਪਤਾ ਹੈ ਮਾਲ ਰਿਕਵਰ ਹੋ ਚੁੱਕਾ ਹੈ, ਇਹਨਾਂ ਨੂੰ ਪਤਾ ਹੈ ਕਿ ਸਾਡਾ ਕੋਈ ਰੋਲ ਨਹੀਂ। ਬਟ ਆਸ਼ੂ ਜੀ ਨੇ ਆਪਣਾ ਪੈਂਤੜਾ ਇਹਨੂੰ ਰਜਿੰਦਰ ਗੁਪਤੇ ਨੂੰ ਇਨਵੋਲਵ ਕਰਕੇ ਸੰਦੀਪ ਗੋਇਲ ਤੋਂ ਕਰਾਇਆ, ਕੋਈ ਪ੍ਰੋਬਲਮ ਨਹੀਂ। ਉਹਨੇ ਕਿਹਾ ਕਿ ਸਨੀ ਹੋਰਾਂ ਨੇ ਕਿਹਾ ਕਿ ਹੁਣ ਟਾਂਡਾ ਸਾਹਿਬ ਨੂੰ ਅੰਦਰ ਜਾਣਾ ਹੀ ਪੈਣਾ, ਅੰਦਰ ਮੱਛਰ ਕੱਟਦੇ ਆ, ਸਾਨੂੰ ਤਾਂ ਆਦਤ ਅੰਦਰ ਜਾਣ ਦੀ, ਸਾਨੂੰ ਪਤਾ ਅੰਦਰ ਦਾ ਕੀ ਮਾਹੌਲ ਹੁੰਦਾ। ਟਾਂਡਾ ਸਾਹਿਬ AC 'ਚ ਰਹਿਣ ਵਾਲੇ ਬੰਦੇ ਆ। ਮੈਂ ਅੰਦਰ ਰਹਿਣ ਦਾ ਆਦੀ ਨਹੀਂ, ਇਹ ਹੋਣੇ ਆ, ਮੈਨੂੰ ਨਹੀਂ ਪਤਾ, ਇਹ ਜਾਣਨ। ਅਤੇ ਮੈਂ ਅੱਜ ਤੱਕ ਬੇਲ ਨਹੀਂ ਸੀ ਕਰਾਈ, ਮੈਨੂੰ ਹੱਥ ਲਾ ਲਵੇ। ਇਹਨਾਂ ਨੂੰ ਪੁੱਛੋ ਕਿ ਅੰਦਰ ਤਾਂ ਸਿਮਰਜੀਤ ਸਿੰਘ ਬੈਂਸ ਰਹਿ ਕੇ ਆਇਆ, ਮੈਂ ਨਹੀਂ ਰਿਹਾ। ਅਤੇ ਉਹ ਬਾਹਰ ਭਗਤ ਸਿੰਘ ਦੀਆਂ ਫੋਟੋਆਂ ਲਾ ਕੇ ਨਿਕਲੇ ਸੀ। ਇੱਕ ਤਹਿਸੀਲਦਾਰ ਦੇ ਕੱਪੜੇ ਲਾ ਦੇਣੇ, ਇੱਕ ਐਗਜ਼ੈਕਟਿਵ ਮੈਜਿਸਟ੍ਰੇਟ ਨੂੰ ਕੁੱਟਣਾ, ਉਹਦੀਆਂ ਲੱਤਾਂ ਭੰਨ ਦੇਣੀਆਂ, ਉਹਦਾ ਪਿਸਤੌਲ ਖੋਹ ਕੇ ਲੈ ਜਾਣਾ, ਇਹ ਬੜੀ ਬਹਾਦਰੀ ਦੇ ਕੰਮ ਹੈ। ਕਿੰਨੀ ਕੁ ਬਹਾਦਰੀ ਦਾ ਕੰਮ ਹੈ? ਕਿਸ ਕਿਸਮ ਦੀ ਬਹਾਦਰੀ ਹੈ? ਤੁਸੀਂ ਜਾ ਕੇ ਇਹਨਾਂ ਨੂੰ ਪੁੱਛੋ। ਇਹਨਾਂ ਨੂੰ ਮੈਂ ਅੱਜ ਓਪਨ ਚੈਲੰਜ ਕਰਦਾ ਹਾਂ, ਇਹ ਗੁਰਦੀਪ 'ਤੇ ਅਟੈਕ ਕਰਦੇ ਸੀ, ਜੁਝਾਰ ਟਰਾਂਸਪੋਰਟ ਵਾਲਿਆਂ 'ਤੇ। ਉਹਨਾਂ ਨੇ ਇਹਨਾਂ 'ਤੇ 3 ਕੰਪਲੇਂਟਾਂ ਡਿਫੇਮੇਸ਼ਨ ਦੀਆਂ ਲਾਈਆਂ ਸੀ, ਉਹ ਵਾਪਸ ਕਿਉਂ ਹੋਈਆਂ? ਆਹੀ ਦਿਨਾਂ 'ਚ ਹੋਈਆਂ ਨਾ। ਉਹਨਾਂ ਦੇ ਪੈਰਾਂ 'ਚ ਕਿਉਂ ਬੈਠੇ ਜਾ ਕੇ? ਇਹ ਬੜੇ ਬਹਾਦਰ ਸਿਮਰਜੀਤ ਸਿੰਘ ਬੈਂਸ ਹੈ। ਇਹ ਕੋਰਟ ਦੇ ਆਰਡਰ ਦੇ ਦੂੰ ਤੁਹਾਨੂੰ ਮੈਂ, ਇੱਕ ਕੰਪਲੇਂਟ ਮੈਂ ਕੀਤੀ ਸੀ ਫਾਈਲ, ਮੈਨੂੰ ਪੁੱਛੇ ਬਿਨਾਂ ਗੁਰਦੀਪ ਜੀ ਦੇ ਬੰਦੇ ਆਪ ਆ ਕੇ ਵਾਪਸ ਲੈ ਗਏ। ਕਿਉਂ? ਮੈਨੂੰ ਪਤਾ ਕਿਉਂ, ਇਹਨੇ ਵੀ ਪਤਾ। ਉਹਨਾਂ ਨੇ ਇਹਨਾਂ ਨੂੰ ਰਿਕਾਰਡਿੰਗ ਸੁਣਾਈਆਂ ਸੀ ਕੁਛ ਇਹਨਾਂ ਦੇ ਕਾਰਨਾਮਿਆਂ ਦੀਆਂ, ਉਹਨਾਂ ਦੇ ਪੈਰ ਪੈ ਕੇ ਪੈਰੀ ਬਹਿ ਕੇ ਗਏ ਹੈ। ਇਹ ਬੁੱਝਦਿਲ ਇਨਸਾਨ ਹੈ, ਇਹ ਬੜੇ ਮੈਨੂੰ ਵੰਗਾਰਦੇ ਆ ਇਲੈਕਸ਼ਨ ਦੀਆਂ, ਮੈਨੂੰ ਇਲੈਕਸ਼ਨ 'ਚ ਵੀ ਘੇਰਨੇ ਆਉਂਦੇ ਆ। ਐਡਾ ਕਮਜ਼ੋਰ ਮੈਂ ਨਹੀਂ, ਬੰਗਾ ਨਹੀਂ ਪਾਈਆਂ ਹੋਈਆਂ ਮੈਂ। ਸਿਰਫ ਔਰ ਸਿਰਫ ਇਲੈਕਸ਼ਨਾਂ ਲਈ ਟਾਂਡਾ ਸਾਹਿਬ ਇੱਕ ਸਸਤੀ ਰਾਜਨੀਤੀ ਕਰਦਾ। ਭਾਈ ਸਾਹਿਬ, ਪੰਜਾਬ ਦੀ ਸਿਆਸਤ 'ਚ ਲੈ ਲਓ, ਹਿੰਦੁਸਤਾਨ ਨੂੰ ਛੱਡੋ। ਕਿੰਨੇ ਸਿਆਸਤਦਾਨ ਤੁਸੀਂ ਦੇਖਿਆ ਮੇਰੀ ਉਮਰ ਦੇ ਹੋਣ, ਚੀਫ ਪਾਰਲੀਮੈਂਟਰੀ ਸੈਕਟਰੀ ਵੀ ਰਹੇ ਹੋਣ, ਅਤੇ ਅਸਤੀਫਾ ਦੇ ਕੇ ਘਰ ਬਹਿ ਜਾਣ ਅਤੇ ਵਕਾਲਤ ਸ਼ੁਰੂ ਕਰ ਲੈਣ। 12 ਸਾਲ 'ਚ ਤੁਸੀਂ ਮੈਨੂੰ ਕਿੰਨੀ ਕੁ ਦੱਸ ਦਿਓ ਮੇਰੀ ਪੋਲੀਟੀਕਲ ਐਕਟੀਵਿਟੀ ਦੇਖੀ ਹੈ, ਮੈਂ ਕੀ ਪੋਲੀਟੀਕਲ ਐਕਟੀਵਿਟੀ ਕੀਤੀ ਹੈ? ਠੀਕ ਹੈ, ਪਾਰਲੀਮੈਂਟ 'ਚ ਆ ਕੇ ਮੇਰੀ ਪੁਰਾਣੀ ਪਾਰਟੀ ਮੈਨੂੰ ਮੁੜ ਕੇ ਪਾਰਟੀ ਫੋਲਡ 'ਚ ਲੈ ਗਈ। ਮੈਂ ਕਦੇ ਆਪਣੀ ਪਾਰਟੀ ਨੂੰ ਕੋਸਿਆ ਨਹੀਂ, ਕਦੇ ਪਾਰਟੀ ਦੇ ਉਲਟ ਨਹੀਂ ਬੋਲਿਆ ਜੋ ਲੋਕੀ ਕਰਦੇ ਹੈ। ਮੈਂ ਨਵਜੋਤ ਸਿੰਘ ਸਿੱਧੂ ਵਾਂਗੋਂ ਜਿਵੇਂ ਸਟਾਪੂ ਖੇਡਦੇ ਹੁੰਦੇ ਆ ਪਾਰਟੀਆਂ, ਐਵੇਂ ਨਹੀਂ ਬਦਲੀਆਂ ਮੈਂ। ਜਿਵੇਂ ਇਹ ਕਦੇ ਕਿਸੇ ਦੇ ਹਾਰ ਪਾਉਂਦੇ ਆ, ਕਿਤੇ ਨਾਲ ਨਹੀਂ ਰਹੇ। ਇਹ BJP ਨਾਲ ਵੀ ਚੁੰਝਾਂ ਮਿਲਾਉਂਦੇ ਰਹੇ। ਇਹ ਅਕਾਲੀ ਦਲ ਦੇ ਵਿੱਚ 2 ਵਾਰ ਵੜ ਕੇ, ਪਹਿਲਾਂ ਅਕਾਲੀ ਦਲ 'ਚ ਸੀ, ਕੌਂਸਲਰ ਸੀ, ਫਿਰ ਆਜ਼ਾਦ ਲੜੇ, ਫਿਰ ਅਕਾਲੀ ਦਲ 'ਚ ਵੜੇ, ਫਿਰ ਅਕਾਲੀ ਦਲ 'ਚੋਂ ਬਾਹਰ ਗਏ, ਫਿਰ ਆਮ ਆਦਮੀ ਪਾਰਟੀ ਨਾਲ ਲੜੇ, ਫਿਰ ਸਿੱਧੂ ਨਾਲ ਲੜੇ। ਇਹਨਾਂ ਦਾ ਕੀ ਹੈ? ਇਹ ਤਾਂ ਸਾਲੇ ਘਰ ਦੇ ਨਾ ਘਾਟ ਦੇ ਆਈਡੀਓਲੋਜੀ ਦੀਆਂ ਗੱਲਾਂ ਕਰਦੇ, ਉਂਗਲੀਆਂ ਐਂ ਕਰਕੇ। ਕਿਹੜੀ ਆਈਡੀਓਲੋਜੀ ਹੈ ਤੁਹਾਡੀ? ਲੁੱਟ ਤੇ ਖਸੁੱਟ, ਹੋਰ ਆਈਡੀਓਲੋਜੀ ਕਾਹਦੀ ਹੈ? ਕਿਸ ਕਿਸਮ ਦੀ ਆਈਡੀਓਲੋਜੀ ਹੈ ਇਹ? ਦੂਜਿਆਂ ਨੂੰ ਗਾਲਾਂ ਕੱਢ ਲਓ, ਦੂਜਿਆਂ ਨੂੰ ਮਾੜਾ ਬੋਲ ਦਿਓ, ਕਿਸ ਕਿਸਮ ਦੀ ਆਈਡੀਓਲੋਜੀ? ਮੇਰੀ ਜੇ ਰਾਜਨੀਤੀ ਦੀ ਐਡੀ ਲਾਲਸਾ ਹੁੰਦੀ ਨਾ, ਮੈਂ 10 ਸਾਲ ਘਰ ਨਾ ਬਹਿੰਦਾ। ਹੁਣ ਵੀ ਮੇਰੀ ਕੋਈ ਇੱਛਾ ਇਲੈਕਸ਼ਨ ਲੜਨ ਦੀ ਨਹੀਂ ਹੈ। ਇਹ ਕੋਈ ਮੇਰੀ ਇਹ ਮੇਰੀ ਬ੍ਰੈਡ ਐਂਡ ਬਟਰ ਨਹੀਂ ਹੈ, ਮੇਰੀ ਰੋਟੀ ਨਹੀਂ ਹੈ। ਮੈਂ ਆਪ ਕਮਾਨਾ, ਆਪ ਖਾਨਾ। ਰੱਬ ਦੀ ਦਇਆ ਹੈ ਮੇਰੇ ਕੋਲ, ਪਰ ਪੁਰਖੀ ਜਦਾਦ ਪੁਰਖੀ ਕਮਾਈ ਹੈ, ਪਰ ਮੈਂ ਉਹਦੇ 'ਚੋਂ ਇੱਕ ਪੈਸਾ ਨਹੀਂ ਵਰਤਦਾ। ਮੇਰੇ ਲਈ ਉਹ ਡੈਡ ਹੈ। ਮੈਂ ਖੁਸ਼ੀ ਹੈ ਮੈਨੂੰ ਕਿ ਮੈਂ ਵਕਾਲਤ ਕਰਨਾ, ਮੈਨੂੰ ਖੁਸ਼ੀ ਹੈ ਕਿ ਮੈਂ ਉਹ ਬੰਦਿਆਂ ਦੀ ਮਦਦ ਕਰਦਾ ਜਿਨ੍ਹਾਂ ਦਾ ਸਹਾਰਾ ਨਹੀਂ ਹੁੰਦਾ। ਮੈਨੂੰ ਖੁਸ਼ੀ ਹੈ ਜਿਨ੍ਹਾਂ ਦੇ ਜੇਬ 'ਚ ਪੈਸੇ ਨਹੀਂ ਹੁੰਦੇ, ਮੈਂ ਉਹਨਾਂ ਦੀ ਵਕਾਲਤ ਵੀ ਕਰਦਾ। ਮੈਨੂੰ ਬਹੁਤ ਖੁਸ਼ੀ ਹੈ। ਮੈਂ ਆਪਣੇ ਰੰਗ 'ਚ ਜੀਣਾ। ਇਹ ਮੈਂ ਬੈਂਸ ਸਾਹਿਬ ਵਾਲੀ ਜ਼ਿੰਦਗੀ ਨਹੀਂ ਜਿਉਂਦਾ। ਇਹ ਸਨੀ ਕੈਂਥ ਜੀ ਕਹੇ ਜੇ ਮੈਨੂੰ ਟਾਂਡਾ ਇਹ ਹਰ ਗਿਆ, ਲੁੱਟਿਆ ਹੋਇਆ, ਪਤਾ ਨਹੀਂ ਕੀ ਕਹਿੰਦੇ, ਕਿਹੜੇ ਸ਼ਬਦ ਬੋਲੇ ਆ, ਤੁਹਾਨੂੰ ਪਤਾ ਹੈਗਾ। ਇਹੀ ਬੋਲ ਸਕਦੇ ਆ। ਇਹਨਾਂ ਕੋਲ ਮਹਾਰਤ ਹੈ ਬੋਲਣ ਦੀ, ਮੇਰੇ ਕੋਲ ਮਹਾਰਤ ਨਹੀਂ ਹੈ ਬੋਲਣ ਦੀ। ਇਹ ਮੈਨੂੰ ਹੋਰਾਂ ਤੋਂ ਵੀ ਗਾਲਾਂ ਕਢਾਉਂਦੇ ਹੈ, ਮੇਰੀ ਫੇਸਬੁੱਕ 'ਤੇ ਵੀ ਮੈਨੂੰ ਗਾਲਾਂ ਕਢਾਉਂਦੇ ਹੈ। ਇਹ ਮੈਂ ਕਿਸੇ ਦਾ ਜਵਾਬ ਨਹੀਂ ਦਿੰਦਾ। ਮੈਂ ਬਹਿਸ ਕਰਨ ਗਿਆ ਸੀ, ਉਦੋਂ 25 ਬੰਦੇ ਬਾਹਰ ਆ ਕੇ ਕੁੜਕੁੜ ਕਰਦੇ ਸੀ, ਮੈਂ ਸੁਣਦਾ ਸੀ। ਦੇਖੋ, ਮੇਰਾ ਐਜ਼ ਅ ਲਾਇਰ ਰਾਈਟ ਹੈ, ਮੇਰਾ ਐਜ਼ ਸੋਸ਼ਲ ਵਰਕਰ ਰਾਈਟ ਹੈ ਕਿ ਮੈਂ ਲੋਕਾਂ ਦੇ ਹੱਕਾਂ ਦੀ ਰਾਖੀ ਕਰਾਂ, ਲੋਕਾਂ ਦੇ ਹੱਕਾਂ ਲਈ ਲੜਾਂ।
ਮੈਂ ਸੰਸਥਾ ਵੀ ਬਣਾਈ ਹੈ ਹੱਕ ਸੱਚ ਇਨਸਾਫ ਦੇ ਰਾਖੇ। ਮੇਰੇ 500 ਪੰਜਾਬ ਦੇ ਪਿੰਡਾਂ ਦੇ ਵਿੱਚ ਮੇਰੇ ਯੂਨਿਟ ਵੀ ਹੈਗੇ। ਮੈਨੂੰ ਖੁਸ਼ੀ ਹੈ ਕਿ ਜਿਹੜੇ ਲੋਕਾਂ ਨੂੰ ਦਬੇ ਕੁਚਲੇ ਕਹਿੰਦੇ ਹੋ, ਮੈਂ ਉਹਨਾਂ ਨੂੰ ਜ਼ੋਰਾਵਰ ਬਣਾਉਣਾ, ਉਹਨਾਂ 'ਚ ਸਵੈ ਸ਼ਕਤੀ ਬਣਾਉਣਾ ਹੈ। ਅਲਾਮਾ ਇਕਬਾਲ ਨੇ ਕਿਹਾ ਸੀ, आओ मेरे देश के गरीबों के लहू को सोज़े यकीन से गरमा दो। मेरी तो वो इच्छा है। मैनू तो इन्नी खुशी है कि ये औरत नूं भन नहीं सके। इस औरत के खिलाफ तुसीं उहदे बाप ते हमला किया, नहीं टुट्टी, उहनूं इंजर किया, उहदे गड्डी मरवाई, रब जाने किने मरवाई, बट इहो ਜਿਹੇ हालात शक हुंदा है। फिर उहदे खिलाफ पंचकुले तो उहदे मुंडे के खिलाफ कबूतरबाजी की कंप्लेंट कराई, झूठी। ਉਹ ਮੁੜ ਕੇ ਕੰਪਲੇਨੈਂਟ ਨਹੀਂ ਆਇਆ, ਉਹਦੇ ਵੀ ਇਹਨਾਂ ਨੇ ਕਰਵਾਈ, ਸ਼ੱਕ ਹੁੰਦਾ ਹੈ। ਫਿਰ ਉਹਦੇ ਇਲਾਵਾ ਫੌਰਨ ਤੋਂ ਟੈਲੀਫੋਨਾਂ ਤੋਂ ਉਹਨੂੰ ਅਸ਼ਲੀਲ ਮੈਸੇਜ ਭੇਜੇ ਜਾਂਦੇ ਹੈ, ਉਹ ਇਹਨਾਂ ਨੇ ਕਰਵਾਏ, ਸ਼ੱਕ ਹੁੰਦਾ ਹੈ। ਫਿਰ ਇਹਨਾਂ ਨੇ ਕੁਝ ਬੰਦਿਆਂ ਤੋਂ ਮੇਰੇ ਖਿਲਾਫ, ਮਹੇਸ਼ਿੰਦਰ ਗਰੇਵਾਲ ਦੇ ਖਿਲਾਫ, ਇਸ ਲੇਡੀ ਖਿਲਾਫ, ਗੋਸ਼ੇ ਦੇ ਖਿਲਾਫ ਨੋਟਿਸ ਦਵਾਇਆ ਰਾਜਸਥਾਨ ਤੋਂ, ਕੋਟਾ ਤੋਂ। ਮੈਂ ਉਹਦਾ ਜਵਾਬ ਦੇ ਦਿੱਤਾ ਹੈ। ਉਹ ਇਹਨਾਂ ਨੇ ਕਰਾਇਆ, ਸ਼ੱਕ ਹੁੰਦਾ ਹੈ। ਫਿਰ ਇਹਨਾਂ ਨੇ ਇੱਕੋ ਬੰਦੇ ਨੂੰ ਸਿੱਧਾ ਨਾਲ ਲਿਆ ਕੇ ਬਿਠਾਇਆ। ਆਪ ਆਏ ਇਹਨਾਂ ਦੇ ਬੰਦੇ, ਇਹ ਸਨੀ ਕੈਂਥ ਆਇਆ, ਇਹਨਾਂ ਦੇ ਖੰਨੇ ਦੇ ਕਈ ਲੀਡਰ ਸਾਹਿਬਾਨ ਆਏ, ਕੁਝ ਸਾਡੇ ਵਕੀਲ ਸਾਹਿਬਾਨ ਵੀ ਗਏ ਜਿਹੜੇ ਇਹਨਾਂ ਦੀ ਪਾਰਟੀ ਨਾਲ ਤਾਲੁਕ ਰੱਖਦੇ ਹੈ। ਉਹਨੂੰ ਬਰਾਬਰ ਬਿਠਾ ਕੇ ਉਹ ਲਿਖਤ ਪੜ੍ਹਨ ਲਾਇਕ ਨਹੀਂ ਹੈ ਜਿਹੜੀ ਉਹਦੇ 'ਚ ਲਿਖ ਕੇ ਦਿੱਤੀ ਹੈ ਕਿ ਇਹ ਔਰਤ ਟੁੱਟ ਜਾਵੇ। ਠੀਕ ਹੈ ਜੀ। ਇਹ ਮੇਰੇ ਨਾਲ ਇਹਦੇ ਨਜਾਇਜ਼ ਸੰਬੰਧ ਰਹੇ ਹੈ। ਗੰਦ ਪਰਸੋਂ ਕੋਰਟ 'ਚ ਪੜ੍ਹ ਰਿਹਾ ਸੀ ਇਹਨਾਂ ਦਾ ਵਕੀਲ, ਹਾਲੇ ਕੋਈ ਦਾ ਤਾਲੁਕ ਨਹੀਂ, ਪਰ ਉਹਨਾਂ ਦੀ ਮਰਜ਼ੀ ਹੈ, ਪੜ੍ਹ ਰਹੇ ਸੀ ਕਿ ਇਸ ਲੇਡੀ ਦੇ ਖਿਲਾਫ ਤਾਂ ਇਹੋ ਜਿਹੀ ਸ਼ਿਕਾਇਤ ਹੈ। ਫਿਰ ਉਹਨੇ ਕਿਹਾ ਕਿ ਇੱਕ ਹੋਰ ਪੈਰਾ ਹੈ, ਮੈਂ ਪੜ੍ਹ ਨਹੀਂ ਸਕਦਾ, ਮੇਰੇ ਨਾਲ ਸੰਭੋਗ ਕੀਤਾ, ਫਲਾਨਾ ਕੀਤਾ, ਇਹ ਤਾਂ ਪੜ੍ਹਤਾ। ਉਹ ਕਿੰਨਾ ਗੰਦਾ ਲਿਖਿਆ ਉਹ ਮੈਨੂੰ ਨਹੀਂ ਪਤਾ, ਅੱਗੇ ਇਹਨਾਂ ਨੇ ਦਿੱਤੀ ਸੀ। ਇਹ ਉਹ ਹਰਕਤ ਵੀ ਕਰ ਲਈ, ਪਰ ਉਹ ਲੇਡੀ ਟੁੱਟੀ ਨਹੀਂ, ਉਹਦਾ ਰਿਜ਼ੋਲਵ ਪੱਕਾ ਹੈ। ਅੱਜ 3.5 ਮਹੀਨੇ ਦੀ ਉਹ ਬਾਹਰ ਬੈਠੀ ਹੈ। ਤੁਸੀਂ ਕੀ ਸੋਚਦੇ ਇੱਕ ਔਰਤ ਲਈ ਐਵੇਂ ਬੈਠਣਾ, ਇਹੋ ਜਿਹੇ ਬੰਦਿਆਂ ਦੀਆਂ ਇਸ ਕਿਸਮ ਦੀਆਂ ਧਮਕੀਆਂ ਸੁਣਨਾ, ਸਹਿਣਾ ਸੌਖਾ ਹੈ? ਇਹ ਸ਼ਕਤੀ ਉਹਦੇ 'ਚ ਆਈ ਹੈ ਕਿਉਂਕਿ ਮੇਰੇ ਵਰਗਾ ਉਹਦੇ ਨਾਲ ਖੜਾ ਹੈ। ਮੈਨੂੰ ਖੁਸ਼ੀ ਹੈ। ਗੁਰੂ ਗੋਬਿੰਦ ਸਿੰਘ ਦਾ ਸਬਕ ਹੈ ਕਿ ਮਜ਼ਲੂਮ ਦੇ ਨਾਲ ਖੜੋ। ਮੈਂ ਉਹਦੀ ਪਾਲਣਾ ਕਰਨਾ, ਮੈਂ ਗੁੜਗੁੜਾਉਂਦਾ ਨਹੀਂ, ਮੈਂ ਦਿਲੋਂ ਬਾਬਾ ਨਾਨਕ ਦੇ ਇੱਕ ਕਈ ਸ਼ਬਦ ਦੀ ਰਾਖੀ ਕਰਨ ਦੀ ਕੋਸ਼ਿਸ਼ ਕਰਦਾ। 100% ਨਹੀਂ ਕਰ ਸਕਦਾ, ਮੈਂ ਐਡਾ ਦੇਵਤਾ ਨਹੀਂ ਹੈ। ਪਰ ਮੈਂ ਕਦੇ ਕਿਸੇ ਨੂੰ ਆਪਣੇ ਜਾਨਬੁੱਝ 'ਤੇ ਨਜਾਇਜ਼ ਤੰਗ ਨਹੀਂ ਕਰਦਾ। ਮੈਂ ਕੋਸ਼ਿਸ਼ ਕਰਦਾ ਕਿ ਹਰ ਮਾੜੇ ਧੀੜੇ ਨਾਲ ਖੜਾਂ। ਮੈਂ MLA ਸੀ, ਇੱਕ ਲੇਡੀ ਤੇ ਬੱਚਿਆਂ ਨੂੰ ਫੜ ਕੇ ਲੈ ਗਏ ਸੀ ਥਾਣੇ 'ਚ। ਮੈਂ ਥਾਣੇ 'ਚ ਰਾਤ ਨੂੰ 12 ਵਜੇ ਪਹੁੰਚ ਗਿਆ ਸੀ। ਮੇਰੇ ਉੱਤੇ ਉਦੋਂ ਵੀ ਇਲਜ਼ਾਮ ਲਾਏ, ਮੇਰੀ ਪਾਰਟੀ ਦੇ ਬੰਦੇ ਸੀ, ਉਸ ਦੂਜੀ ਧਿਰ ਤੋਂ, ਕਿ ਮੈਂ ਉਹਨਾਂ ਦੀਆਂ ਚੁੰਨੀਆਂ ਪਾੜ ਦਿੱਤੀਆਂ। ਇਹ ਮੇਰੇ 'ਤੇ ਇਲਜ਼ਾਮ ਲਾਇਆ। ਫਿਰ ਉਹ ਬੰਦੇ ਪੇਸ਼ ਕੀਤੇ ਬਾਦਲ ਸਾਹਿਬ ਦੇ। ਮੈਂ ਆਪ DC ਸਾਹਿਬ ਨੂੰ ਉਸ ਟਾਈਮ ਦਿੱਤੀ ਐਪਲੀਕੇਸ਼ਨ ਕਿ ਇਹਦੀ ਮੈਜਿਸਟਰੇਟ ਇਨਕੁਆਇਰੀ ਕਰਾਓ। ਉਸ ਟਾਈਮ ਦੀ ਮੈਜਿਸਟਰੇਟ ਇਨਕੁਆਇਰੀ ਜਿਹੜੇ ਹੁਣ MLA ਆ, KD ਕੁਲਦੀਪ ਸਿੰਘ, ਇਹਨਾਂ ਨੇ ਕੀਤੀ। ਅਤੇ ਜਦ ਉਹ ਬਿਆਨ ਦੇਣ ਆਏ ਬੰਦੇ ਸ਼ਿਕਾਇਤ ਕਰਤਾ, ਉਹ ਇਹ ਲਿਖ ਕੇ ਵਾਪਸ ਲੈ ਗਏ, ਸਾਨੂੰ ਗੁੰਮਰਾਹ ਕਰਕੇ ਢਾਂਡਾ ਸਾਹਿਬ ਦੇ ਖਿਲਾਫ ਇਹ ਕਹਾਇਆ ਗਿਆ ਸੀ। ਨਾਮ ਵੀ ਦੱਸ ਗਏ ਮੈਨੂੰ, ਪਰ ਮੈਂ ਉਹਦਾ ਨਾਮ ਨਹੀਂ ਲੈਣਾ ਚਾਹੁੰਦਾ। ਮੈਂ ਕੀ ਲੈਣਾ? ਇਹ ਜਿਹੜਾ ਬੰਦਾ ਕਿਸੇ ਦੇ ਰਾਈਟ ਲਈ ਲੜਦਾ ਹੈ ਨਾ, ਅਤੇ ਸ਼ਿਕਾਇਤ ਹੋਵੇ ਜ਼ੋਰਾਵਰ ਦੇ ਖਿਲਾਫ, ਫਿਰ ਇਹੋ ਜਿਹੇ ਹਮਲੇ ਤਾਂ ਹੁੰਦੇ ਹੈ। ਸੋ ਕੋਈ ਗੱਲ ਨਹੀਂ, ਮੇਰੇ ਹਮਲੇ ਸਿਰ ਮੱਥੇ। ਸਨੀ ਕੈਂਥ ਜੀ, ਇਹੋ ਜਿਹੇ ਹੋਰ ਤੌਲੀਆ ਚੋਰ ਕੀ, ਹੁਣ ਜੁੱਤੀ ਚੋਰ ਵੀ ਬਣਾਓ, ਮੈਨੂੰ ਜੋ ਬਣਾਉਣਾ ਹੈ ਬਣਾਓ, ਪਰ ਮੈਂ ਉਸ ਲੇਡੀ ਤੋਂ ਪਿੱਛੇ ਨਹੀਂ ਹਟੂੰਗਾ। ਉਹਨੂੰ ਅੰਤ ਤੱਕ ਲੈ ਕੇ ਜਾਊਂਗਾ। ਉਹਨੂੰ ਇਨਸਾਫ ਦਿਵਾਉਣ ਦਾ ਹਰ ਯਤਨ, ਹਰ ਵਸੀਲਾ ਜਿਹੜਾ ਇਸ ਧਰਤੀ 'ਤੇ ਅਵੇਲੇਬਲ ਹੈ, ਉਹ ਯੂਜ਼ ਕਰੂੰਗਾ। ਅਤੇ ਮੈਂ ਤੁਹਾਨੂੰ ਇੱਕ ਗੱਲ ਦੱਸ ਦੇਵਾਂ, ਜੈ ਲਲਿਤਾ ਨੇ ਕਦੇ ਨਹੀਂ ਸੀ ਸੋਚਿਆ ਕਿ ਉਹਨੂੰ ਸਜ਼ਾ ਹੋ ਜਾਊ। 20 ਸਾਲ ਬਾਅਦ ਹੋਈ ਸੀ। ਲਾਲੂ ਜੀ ਨੇ ਕਦੇ ਨਹੀਂ ਸੀ ਸੋਚਿਆ, ਚੁਟਾਲਾ ਸਾਹਿਬ ਨੇ ਕਦੇ ਨਹੀਂ ਸੀ ਸੋਚਿਆ। ਤੁਸੀਂ ਹਲੇ ਉਸ ਮੰਜ਼ਿਲ 'ਤੇ ਤੁਹਾਡੇ ਲੀਡਰ ਨਹੀਂ ਪਹੁੰਚੇ। ਕਾਨੂੰਨ ਦਾ ਬੇਲਣਿਆਂ 'ਚੋਂ ਲੰਘਣਾ ਪਊਗਾ। ਢਾਂਡਾ ਸਾਹਿਬ, ਇਸ ਸਾਰੇ ਮਸਲੇ 'ਤੇ ਗੱਲਬਾਤ ਕਰਨ ਲਈ ਤੁਹਾਨੂੰ ਬਹੁਤ ਬਹੁਤ ਧੰਨਵਾਦ। ਸੋ ਇਹ ਸਨ ਲੁਧਿਆਣੇ ਤੋਂ ਸੀਨੀਅਰ ਵਕੀਲ ਹਰੀਸ਼ ਰਾਏ ਢਾਂਡਾ ਜੀ, ਜਿਨ੍ਹਾਂ ਦੇ ਉੱਤੇ ਸਨੀ ਕੈਂਥ ਲੋਕ ਇਨਸਾਫ ਪਾਰਟੀ ਦੇ ਜੋ ਯੂਥ ਵਿੰਗ ਦੇ ਪ੍ਰਧਾਨ, ਉਹਨਾਂ ਵੱਲੋਂ ਜਿਹੜੇ ਇਲਜ਼ਾਮ ਲਗਾਏ ਗਏ ਸੀ, ਤੌਲੀਆ ਚੋਰ ਕਿਹਾ ਗਿਆ ਸੀ, ਔਰ ਤੇਲ ਔਰ ਗਰੀਸ ਦੀ ਵਿਕਰੀ ਅਗਰ ਦੱਸੀ ਗਈ ਸੀ ਕਿ 60 ਲੱਖ ਦੀ ਜਿਹੜੀ ਇਹਨਾਂ ਨੇ ਵਿਕਰੀ ਕੀਤੀ ਆ, ਉਹ ਮਾਮਲੇ ਦੇ ਉੱਤੇ ਸਾਰਾ ਢਾਂਡਾ ਸਾਹਿਬ ਨੇ ਚਾਨਣਾ ਪਾਇਆ ਔਰ ਦੱਸਿਆ ਕਿ ਕੀ ਮਸਲਾ ਸੀਗਾ ਸਾਰਾ। ਕਿਤੇ ਨਾ ਕਿਤੇ ਢਾਂਡਾ ਸਾਹਿਬ ਦਾ ਵੀ ਇਹੀ ਕਹਿਣਾ ਕਿ ਅਗਰ
ਹਰੀਸ਼ ਰਾਏ ਟਾਂਡਾ ਉਸ ਲੇਡੀ ਦੀ ਅਗਰ ਮਦਦ ਕਰਨ ਲਈ ਜੁਟਿਆ ਹੋਇਆ ਤਾਂ ਕਿਤੇ ਨਾ ਕਿਤੇ ਇਹੋ ਜਿਹੇ ਅਟੈਕ ਨੇ ਜਿਹੜੇ ਲੋਕ ਇਨਸਾਫ ਪਾਰਟੀ ਵੱਲੋਂ ਕੀਤੇ ਜਾ ਰਹੇ ਨੇ ਕਿ ਹਰੀਸ਼ ਰਾਏ ਟਾਂਡਾ ਟੁੱਟ ਜਾਏ ਔਰ ਉਸ ਲੇਡੀ ਦੀ ਜਿਹੜੀ ਮਦਦ ਕਰਦੇ ਪਏ ਨੇ ਉਹ ਨਾ ਕਰਨ, ਆਪਣੇ ਘਰ ਬੈਠ ਜਾਣ। ਕਿਤੇ ਨਾ ਕਿਤੇ ਮਕਸਦ ਸਾਰਾ ਉਸ ਲੇਡੀ ਤੋਂ ਹਟਾਉਣਾ ਹੀ ਹੈ ਲੋਕ ਇਨਸਾਫ ਪਾਰਟੀ ਦਾ। ਤਾਂ ਹੀ ਕਿਤੇ ਨਾ ਕਿਤੇ ਆਏ ਦਿਨ ਜਿਹੜੇ ਝੂਠੀ ਬਿਆਨਬਾਜ਼ੀ ਕਰਕੇ ਉਹ ਅਟੈਕ ਕਰਦੇ ਨੇ, ਝੂਠੇ ਇਲਜ਼ਾਮ ਲਗਾਉਂਦੇ ਨੇ। ਕੈਮਰਾਮੈਨ ਸੰਦੀਪ ਸੋਨੀ ਦੇ ਨਾਲ ਵਿਸ਼ਾਲ ਸ਼ਰਦਾ, ਦੇਸ਼ ਵਿਦੇਸ਼ ਟਾਈਮਸ, ਲੁਧਿਆਣਾ।